ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਰਵੀ ਸਰ ਪੰਜਾਬ ਸਟੱਡੀ ਹੱਬ ਤੋਂ। ਅਤੇ ਅੱਜ ਅਸੀਂ ਸਾਇੰਸ ਦਾ ਇੱਕ ਹੋਰ ਲੈਕਚਰ ਜਿਹੜਾ ਹੈ ਸਟਾਰਟ ਕਰਨ ਜਾ ਰਹੇ ਹਾਂ, ਜਿਸ ਦੇ ਵਿੱਚ ਅਸੀਂ ਫਿਜ਼ਿਕਸ ਦੇ ਕੁਝ ਪੁਆਇੰਟ ਨੇ ਉਹਨਾਂ ਦੇ ਬਾਰੇ ਡਿਸਕਸ ਕਰਾਂਗੇ। ਅਤੇ ਸਾਡੇ ਇਸ ਤੋਂ ਪਹਿਲਾਂ ਅਸੀਂ 4 ਲੈਕਚਰ ਜਿਹੜੇ 5 ਲੈਕਚਰ ਸਾਇੰਸ ਦੇ ਹੋ ਵੀ ਪਾ ਚੁੱਕੇ ਹਾਂ, ਅਤੇ ਉਹ ਲੈਕਚਰ ਵੀ ਤੁਸੀਂ ਪਲੀਜ਼ ਵੇਖ ਲੈਣਾ, ਕਿਉਂਕਿ ਉਹਦੇ ਵਿੱਚ ਵੀ ਕਾਫੀ ਗੱਲਾਂ ਮੈਂ NCERT ਦੀ ਬੁੱਕਸ ਤੋਂ ਲਈਆਂ ਨੇ। ਅਤੇ ਉਸ ਤੋਂ ਬਾਅਦ ਕਈ ਸਟੂਡੈਂਟ ਨੇ ਕਿਹਾ ਸੀ ਵੀ ਸਰ ਇੱਕ ਸਾਨੂੰ ਪ੍ਰੋਪਰ ਨੋਟਸ ਟਾਈਪ ਦੇ ਸਾਨੂੰ ਬਣਾ ਕੇ ਦਿੱਤੇ ਜਾਣ, ਤਾਂ ਉਸ ਵਾਸਤੇ ਮੈਂ ਛੋਟਾ ਜਿਹਾ ਹੀਲਾ ਕੀਤਾ। ਤਾਂ ਉਸ ਨੂੰ ਤੁਸੀਂ ਵੇਖ ਸਕਦੇ ਹੋ ਕਿ ਇਹ ਤੁਹਾਨੂੰ ਨੋਟਸ ਨਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਇਹ ਨੋਟਸ ਦਾ ਜਿਹੜਾ PDF ਲਿੰਕ ਹੈ ਇਹ ਤੁਹਾਨੂੰ ਮਿਲ ਜਾਵੇਗਾ। ਠੀਕ ਹੈ ਜੀ, ਇਸ ਤੋਂ ਤੁਸੀਂ ਵੇਖ ਸਕਦੇ ਹੋ। ਨਾਲੇ ਈਜ਼ੀਲੀ ਤੁਸੀਂ ਇਸ ਲੈਕਚਰ ਨੂੰ ਪੰਜਾਬੀ ਦੇ ਵਿੱਚ ਵੀ ਪੜ੍ਹ ਸਕਦੇ ਹੋ ਅਤੇ ਇੰਗਲਿਸ਼ ਦੇ ਵਿੱਚ ਵੀ ਤੁਸੀਂ ਇਹਨੂੰ ਪੜ੍ਹ ਸਕਦੇ ਹੋ। ਤੁਹਾਡੀ ਬੈਨੀਫਿਟ ਵਾਸਤੇ ਮੈਂ ਇਹਨੂੰ ਦੋਨੇ ਹੀ ਲੈਂਗੁਏਜ ਦੇ ਵਿੱਚ ਲਿਖਿਆ, ਸੋ ਤੁਸੀਂ ਬਿਲਕੁਲ ਧਿਆਨ ਦੇ ਨਾਲ ਸਾਇੰਸ ਨੂੰ ਸਮਝਣਾ। ਅਤੇ ਸਾਇੰਸ ਤੁਹਾਨੂੰ ਪਤਾ ਹੈ ਜੀ ਪੇਪਰ ਦੇ ਵਿੱਚ ਜਿਹੜੀ ਕਿ ਰੇਲਵੇ ਦੇ ਪੇਪਰ ਦੇ ਵਿੱਚ 40 ਨੰਬਰ ਦੀ ਆਉਣੀ ਹੈ, ਅਤੇ ਪੰਜਾਬ ਦਾ ਕੋਈ ਵੀ ਪੇਪਰ ਹੋਵੇ ਤਾਂ ਬੇਸਿਕ ਸਾਇੰਸ ਜ਼ਰੂਰ ਆਉਂਦੀ ਹੈ। ਤਾਂ ਆਪਾਂ ਟੂ ਦਾ ਪੁਆਇੰਟ ਜਿੰਨੇ ਵੀ ਜੋ ਪੁਆਇੰਟ ਨੇ ਆਪਾਂ ਟੂ ਦਾ ਪੁਆਇੰਟ ਹੀ ਸਾਰੀ ਗੱਲਾਂ ਪੜ੍ਹਾਂਗੇ। ਠੀਕ ਹੈ ਜੀ, ਅਤੇ ਆਓ ਹੁਣ ਆਪਣੇ ਲੈਕਚਰ ਨੂੰ ਆਪਾਂ ਸਟਾਰਟ ਕਰੀਏ। ਪਲੀਜ਼ ਆਪਣੇ ਚੈਨਲ ਨੂੰ ਨਾ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਦਿਆ ਜੀ। ਠੀਕ ਹੈ ਜੀ, ਅਤੇ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਗਰੁੱਪ ਦੇ ਵਿੱਚ, ਅਤੇ ਤਾਂ ਕਿ ਉਹਨਾਂ ਦਾ ਵੀ ਬੈਨੀਫਿਟ ਹੋਵੇ। ਤਾਂ ਸਭ ਤੋਂ ਪਹਿਲਾਂ ਦੇਖੋ ਜੀ ਫਿਜ਼ਿਕਸ ਦੇ ਬਾਰੇ। ਫਿਜ਼ਿਕਸ ਕੀ ਚੀਜ਼ ਹੈ? ਫਿਜ਼ਿਕਸ ਨੂੰ ਤੁਹਾਨੂੰ ਪਤਾ ਜੀ ਭੌਤਿਕ ਵਿਗਿਆਨ ਆਪਾਂ ਕਹਿੰਦੇ ਹਾਂ ਸਾਰੇ। ਭੌਤਿਕ ਵਿਗਿਆਨ ਜਿਹੜੀ ਅੱਖਾਂ ਨਾਲ ਕਿਸੇ ਵੀ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਹੁੰਦੀਆਂ ਪਈਆਂ ਨੇ ਉਹਨਾਂ ਨੂੰ ਆਪਾਂ ਫਿਜ਼ਿਕਸ ਕਹਿੰਦੇ ਹਾਂ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸਾਇੰਸ ਦੀ ਵੀਡੀਓ ਦੇ ਵਿੱਚ। ਠੀਕ ਹੈ ਜੀ, ਫਿਜ਼ਿਕਸ ਇਜ਼ ਦ ਸਟੱਡੀ ਆਫ ਦਾ ਨੇਚਰ ਐਂਡ ਇਟਸ ਲਾਅ। ਨੇਚਰ ਦੇ ਵਿੱਚ ਜਿਹੜੇ ਲਾਅ ਹੈਗਾ ਉਸ ਦੀ ਸਟੱਡੀ ਦੀ ਬਾਰੇ ਆਪਾਂ ਗੱਲ ਕਰਦੇ ਹਾਂ ਕਿਹਦੇ ਵਿੱਚ? ਫਿਜ਼ਿਕਸ ਦੇ ਵਿੱਚ। ਠੀਕ ਹੈ, ਤਾਂ ਵਰਡ ਫਿਜ਼ਿਕਸ ਹੁਣ ਵਰਡ ਪੇਪਰ ਦੇ ਵਿੱਚ ਆ ਸਕਦਾ ਹੈ ਕਿ ਫਿਜ਼ਿਕਸ ਕੀ ਚੀਜ਼ ਹੈ। ਇਹ ਗੱਲ ਕਰਦਾ ਤੁਹਾਡਾ ਨੇਚਰ ਦੇ ਬਾਰੇ। ਠੀਕ ਹੈ, ਕੁਦਰਤ ਦੇ ਜਿਹੜੇ ਹੈਗੇ ਨੇ ਕੁਦਰਤ ਅਤੇ ਉਸ ਦੇ ਉੱਪਰ ਜਿਹੜੇ ਕਾਨੂੰਨਾਂ ਦੇ ਅਧਿਐਨ ਕੀਤਾ ਜਾਂਦਾ ਇਹਦੇ ਵਿੱਚ। ਅਤੇ ਉਸ ਤੋਂ ਬਾਅਦ ਆਪਾਂ ਫਿਜ਼ਿਕਸ ਦੇ ਜਿਹੜਾ ਵਰਡ ਹੈ ਨਾ, ਇਹ ਫਿਜ਼ਿਕਸ ਕਿਵੇਂ ਬਣਿਆ? ਇਹ ਗ੍ਰੀਕ ਲੈਂਗੁਏਜ ਤੋਂ ਬਣਿਆ। ਠੀਕ ਹੈ ਜੀ, ਯੂਨਾਨੀ ਭਾਸ਼ਾ ਦੇ ਇੱਕ ਸ਼ਬਦ ਹੈਗਾ ਜਿਹਦਾ ਨਾਮ ਹੈ ਫਾਈਸਿਸ। ਫਾਈਸਿਸ ਦਾ ਮਤਲਬ ਹੁੰਦਾ ਹੈ ਨੇਚਰ। ਇਹ ਤੁਹਾਨੂੰ ਪੇਪਰ ਦੇ ਵਿੱਚ ਆ ਸਕਦਾ ਕਿ ਫਿਜ਼ਿਕਸ ਦਾ ਜੋ ਕਿਹੜੀ ਵਰਡ ਤੋਂ ਬਣਿਆ, ਤਾਂ ਤੁਸੀਂ ਯਾਦ ਰੱਖਣਾ ਯੂਨਾਨੀ ਭਾਸ਼ਾ ਤੋਂ। ਠੀਕ ਹੈ ਜੀ, ਉਸ ਤੋਂ ਬਾਅਦ ਫਿਜ਼ਿਕਸ ਕੀ ਹੈ ਜੀ? ਇੱਕ ਬਹੁਤ ਹੀ ਓਲਡੈਸਟ ਸਬਜੈਕਟ ਹੈ ਆਪਣਾ ਐਸਟਰੋਨੋਮੀ। ਐਸਟਰੋਨੋਮੀ ਹੁੰਦਾ ਵੀ ਬ੍ਰਹਿਮੰਡ ਦੇ ਵਿੱਚ ਤੁਹਾਨੂੰ ਪਤਾ ਹੈ ਯੂਨੀਵਰਸ ਹੈ, ਉਹਦੇ ਬਾਅਦ ਸੋਲਰ ਸਿਸਟਮ ਹੈਗਾ, ਇਹਨਾਂ ਸਾਰੇ ਬਾਰੇ ਆਪਾਂ ਜਾਣਕਾਰੀ ਲੈਂਦੇ ਹਾਂ। ਆਪਣੇ ਨਿਊਟਨ ਲਾਅ ਪੜ੍ਹਾਂਗੇ, ਆਪਾਂ ਫਲੂਇਡ ਦੇ ਬਾਰੇ ਪੜ੍ਹਾਂਗੇ, ਏਅਰ ਗੈਸਿਸ ਸਾਰੀਆਂ ਚੀਜ਼ਾਂ ਨੂੰ ਪੜ੍ਹਦੇ ਹਾਂ। ਤਾਂ ਇਹ ਕਹਿੰਦਾ ਜੀ ਇੱਕ ਐਜ ਏ ਸਬਜੈਕਟ ਆਪਾਂ ਵੇਖਦੇ ਹਾਂ ਇਸ ਨੂੰ, ਤਾਂ ਫਿਜ਼ਿਕਸ ਸਭ ਤੋਂ ਓਲਡੈਸਟ ਸਬਜੈਕਟ ਹੈ ਅਗਰ ਇਹਨਾਂ ਚੀਜ਼ਾਂ ਦੇ ਬਾਰੇ ਅਸੀਂ ਪੜ੍ਹਨਾ ਹੋਵੇ ਤਾਂ। ਠੀਕ ਹੈ ਜੀ, ਇਸ ਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ। ਇਹਦੇ ਵਿੱਚ ਸਭ ਤੋਂ ਪਹਿਲਾ ਸਬਜੈਕਟ ਜਿਹੜਾ ਸਭ ਤੋਂ ਪਹਿਲਾਂ ਜਿਹੜੇ ਇਹਦੇ ਕਾਫੀ ਚੈਪਟਰ ਨੇ, 12-13 ਚੈਪਟਰ ਨੇ ਇਹਦੇ ਵਿੱਚ। ਤਾਂ 12-13 ਚੈਪਟਰਾਂ ਦੇ ਵਿੱਚ ਸਭ ਤੋਂ ਪਹਿਲਾਂ ਇਹਦਾ ਚੈਪਟਰ ਆਉਂਦਾ ਜੀ ਜਿਹਨੂੰ ਆਪਾਂ ਕਹਿੰਦੇ ਯੂਨਿਟਸ। ਠੀਕ ਹੈ, ਯੂਨਿਟ ਚੈਪਟਰ ਆਉਂਦਾ ਹੈ। ਯੂਨਿਟ ਚੈਪਟਰ ਦੇ ਵਿੱਚ ਕੀ ਕਰਦੇ ਹਾਂ ਵੀ ਤੁਸੀਂ ਦੇਖੋਗੇ ਅੱਜ ਦੀ ਤੁਸੀਂ ਬਾਜ਼ਾਰ ਮਾਰਕੀਟ ਕਿੱਥੇ ਵੀ ਜਾਓਗੇ ਤਾਂ ਕੋਈ ਵੀ ਚੀਜ਼ ਤੁਸੀਂ ਲੈਣੀ ਹੁੰਦੀ ਹੈ ਤਾਂ ਉਹਦੇ ਵਾਸਤੇ ਸਪੈਸੀਫਿਕ ਆਪਾਂ ਕੀ ਕਰਦੇ ਹਾਂ, ਉਹਦੇ ਪਿੱਛੇ ਇੱਕ ਯੂਨਿਟ ਲਗਾ ਦਿੰਦੇ ਹਾਂ। ਜਿਵੇਂ ਆਪਾਂ ਕੋਈ ਦੁੱਧ ਲੈਣ ਚੱਲੇ ਹਾਂ ਤਾਂ ਆਪਾਂ ਕਹਿੰਦੇ ਕਿਲੋ ਦੇ ਵਿੱਚ ਦੁੱਧ ਲੈਣ ਚੱਲੇ ਹਾਂ। ਆਪਾਂ ਬਨਾਨਾਸ ਲੈਣ ਚੱਲੇ ਹਾਂ ਤਾਂ ਆਪਾਂ ਡਜ਼ਨ ਦੇ ਵਿੱਚ ਲੈ ਕੇ ਆਉਣੇ ਜਾਂ ਕੇਜੀ ਫਾਰਮ ਦੇ ਵਿੱਚ ਲੈ ਕੇ ਆਉਣੇ ਆ। ਕੋਈ ਵੀ ਚੀਜ਼ ਆਪਾਂ ਕੋਈ ਵੀ ਤੁਲਾ ਕੇ ਮੈਜਰਮੈਂਟ ਕਰਕੇ ਇਸ ਚੀਜ਼ ਨੂੰ ਲੈ ਕੇ ਆਉਣੇ ਆ। ਅਤੇ ਉਹੀ ਜਿਹੜੇ ਯੂਨਿਟ ਹੈ ਇਹ ਕਿੱਥੋਂ ਆਏ ਸੀ? ਤਾਂ ਫਿਜ਼ਿਕਸ ਦੇ ਪਹਿਲੇ ਚੈਪਟਰ ਦੇ ਵਿੱਚ ਇਹੀ ਚੀਜ਼ ਦੱਸੀ ਹੋਈ ਹੈ ਕਿ ਆਪਣੇ ਕੋਲ ਜਿਹੜੇ ਯੂਨਿਟ ਨੇ, ਹਰ ਚੀਜ਼ ਨੂੰ ਇੱਕ ਮਾਪਣ ਦਾ ਇੱਕ ਯੂਨਿਟ ਹੈ, ਉਹ ਕਿੱਥੋਂ ਆਇਆ ਸੀਗਾ। ਤਾਂ ਉਹਨੂੰ ਆਪਾਂ ਇਹ ਫਿਜ਼ਿਕਸ ਦੇ ਪਹਿਲੇ ਚੈਪਟਰ ਦੇ ਵਿੱਚ ਪੜ੍ਹਨ ਲੱਗੇ ਹਾਂ। ਠੀਕ ਹੈ ਜੀ, ਸਭ ਤੋਂ ਪਹਿਲਾ ਚੈਪਟਰ ਕਹਿੰਦਾ ਜੀ ਮੈਜਰਮੈਂਟ। ਮੈਜਰਮੈਂਟ ਦਾ ਮਤਲਬ ਹੁੰਦਾ ਮਾਪਣ ਦਾ ਤਰੀਕਾ। ਕਿਸੇ ਵੀ ਚੀਜ਼ ਨੂੰ ਫਿਜ਼ੀਕਲ ਕੁਆਂਟਿਟੀ ਵਿੱਚ ਇਨਵੋਲਵ ਦਾ ਕੰਪੈਰੀਜ਼ਨ। ਆਪਾਂ ਕਿਸੇ ਚੀਜ਼ ਨੂੰ ਕੰਪੈਰੀਜ਼ਨ ਦੇ ਵਿੱਚ ਮਾਪਦੇ ਹਾਂ ਵੀ ਇਹ 2 ਕਿਲੋ ਹੈ, ਆਹ 5 ਕਿਲੋ ਹੈ, ਇਹ ਇੰਨੇ ਟਨ ਦੇ ਵਿੱਚ ਹੈ, ਕੋਈ ਮਨਾਂ ਦੇ ਵਿੱਚ ਹੈ। ਠੀਕ ਹੈ, ਆਪਾਂ ਕੋਈ ਮੀਟਰਾਂ ਦੇ ਵਿੱਚ ਹੈ, ਕੋਈ ਕਿਲੋਮੀਟਰਾਂ ਦੇ ਵਿੱਚ ਹੈ, ਕੋਈ ਸੈਕਿੰਡ ਦੇ ਵਿੱਚ ਹੈ, ਕੋਈ ਕਿਸੇ ਤਰ੍ਹਾਂ ਦੀ। ਤਾਂ ਆਪਾਂ ਕੰਪੈਰੀਜ਼ਨ ਕਰਕੇ ਮਾਪਦੇ ਹਾਂ। ਅਤੇ ਇਹ ਜਿਹੜੇ ਆਪਾਂ ਯੂਨਿਟ ਲੈਂਦੇ ਹਾਂ ਪੂਰੀ ਦੁਨੀਆ ਦੇ ਵਿੱਚ, ਆਪਾਂ ਕੋਈ ਮੰਨ ਲਓ ਸੂਟ ਲੈਣ ਮਾਰਕੀਟ ਜਾਂਦੇ ਹਾਂ, ਉੱਥੇ ਵੀ ਤੁਹਾਨੂੰ ਪਤਾ ਮੀਟਰਾਂ ਦੇ ਵਿੱਚ ਪ੍ਰੋਪਰ ਮੀਟਰ ਹੁੰਦਾ। ਆਪਾਂ ਕਹਿੰਦੇ 5 ਮੀਟਰ ਸੂਟ ਦੇ ਦਿਓ, ਤਾਂ ਉਹਨਾਂ ਕੋਲ ਪ੍ਰੋਪਰ ਜਿਹੜਾ ਮੀਟਰ ਗੇਜ ਦਿੱਤਾ ਹੋਇਆ, ਜਿਹੜੀ ਚੀਜ਼ ਨੂੰ ਉਹ ਮਾਪਦੇ ਪਏ ਆ। ਇਹ ਪੂਰੀ ਦੁਨੀਆ ਦੇ ਵਿੱਚ ਨਾ ਹਰ ਥਾਂ 'ਤੇ ਫਿਕਸ ਹੈ। ਤਾਂ ਇਸ ਤਰ੍ਹਾਂ ਦਾ ਯੂਨਿਟ ਜਿਹੜਾ ਸਾਰੀ ਥਾਂ 'ਤੇ ਫਿਕਸ ਹੋਵੇ ਅਤੇ ਸਾਰੀ ਦੁਨੀਆ ਉਸ ਨੂੰ ਯੂਜ਼ ਕਰੇ, ਉਸ ਯੂਨਿਟ ਨੂੰ ਆਪਾਂ ਸਟੈਂਡਰਡ ਯੂਨਿਟ ਕਹਿੰਦੇ ਹਾਂ। ਪੂਰੀ ਦੁਨੀਆ ਦੇ ਵਿੱਚ ਅਸੈਪਟਡ ਹੈ ਉਹ ਪ੍ਰੋਪਰ। ਮੰਨ ਲਓ 1 kg ਹੈ ਅਤੇ 1 kg ਦੇ ਵਿੱਚ 1000 ਗ੍ਰਾਮ ਹੋਣਗੇ, ਤਾਂ ਪੂਰੀ ਦੁਨੀਆ ਦੇ ਵਿੱਚ ਵੈਲਿਡ ਹੈ ਕਿ 1000 ਗ੍ਰਾਮ ਹੀ ਹੋਊਗਾ। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਣਾ। ਹੁਣ ਲੀਟਰ ਹੈ, ਉਹਦੇ 'ਚ 900 ਗ੍ਰਾਮ ਹੁੰਦੇ ਨੇ, ਇਹ ਪੂਰੀ ਦੁਨੀਆ ਦੇ ਵਿੱਚ ਫਿਕਸ ਹੈ। ਤਾਂ ਇਸ ਤਰ੍ਹਾਂ ਦੇ ਜਿਹੜੇ ਯੂਨਿਟ ਹੁੰਦੇ ਨੇ ਉਹਨਾਂ ਨੂੰ ਆਪਾਂ ਮੈਜ਼ਰਮੈਂਟ ਮਾਪਣ ਵਾਸਤੇ ਜਿਹੜੇ ਯੂਨਿਟ ਯੂਜ਼ ਕਰਦੇ ਹਾਂ, ਉਹੀ ਚੈਪਟਰ ਦੇ ਬਾਰੇ ਇੱਥੇ ਡਿਸਕਸ ਕੀਤਾ ਗਿਆ। ਉਹ ਇੱਕ ਸਟੈਂਡਰਡ ਬੇਸ ਹੁੰਦੇ ਨੇ। ਉਹ ਜਿਹੜੇ ਯੂਨਿਟ ਪੂਰੀ ਦੁਨੀਆ ਦੇ ਵਿੱਚ ਨੇ ਉਹ ਕਿਹੜੇ ਨੇ? ਤਾਂ ਇਸ ਨੂੰ ਆਪਾਂ ਯੂਨਿਟ ਨੂੰ ਆਪਾਂ 2 ਭਾਗਾਂ 'ਚ ਡਿਵਾਈਡ ਕਰ ਸਕਦੇ ਹਾਂ। 2 ਭਾਗਾਂ 'ਚ ਕਿਹੜੇ? ਇੱਕ ਤਾਂ ਹੁੰਦੇ ਨੇ ਬਿਲਕੁਲ ਬੇਸਿਕ ਯੂਨਿਟ। ਠੀਕ ਹੈ,
ਬੇਸਿਕ ਯੂਨਿਟ ਹੋਣਗੇ ਜਿਹਦੇ ਬਗੈਰ ਤਾਂ ਕੰਮ ਹੀ ਸਰਦਾ ਹੀ ਨਹੀਂ। ਇਹ ਤਾਂ 7 ਯੂਨਿਟ ਇਸ ਤਰ੍ਹਾਂ ਦੇ ਨੇ ਜਿਹਦੇ ਤੇ ਮਿਲਾ ਜੁਲਾ ਕੇ ਹੀ ਤੁਸੀਂ ਸਾਰੇ ਦੂਜੇ ਯੂਨਿਟ ਬਣਾ ਸਕਦੇ ਹੋ। ਜਿਹੜੇ ਦੂਜੇ ਯੂਨਿਟ ਜਿਹੜੇ ਬੇਸਿਕ ਨੂੰ ਇੱਕ ਦੂਜੇ ਨਾਲ ਗੁਣਾ ਭਾਗ ਮਲਟੀਪਲਾਈ ਐਡ ਊਡ ਕਰਕੇ ਜਿਹੜੇ ਵੀ ਤੁਸੀਂ ਬਣਾਓਗੇ ਨਾ ਉਹਨਾਂ ਨੂੰ ਆਪਾਂ ਕਵਾਂਗੇ ਡਰਾਈਵਡ ਯੂਨਿਟ। ਠੀਕ ਹੈ, ਤਾਂ ਇਸ ਤਰ੍ਹਾਂ ਦੇ ਬੇਸ ਤੇ 2 ਯੂਨਿਟ ਹੋਣਗੇ। ਇੱਕ ਜਿਹੜੇ ਜੋੜ ਵਗੈਰਾ ਕਰਕੇ ਬਣਨਗੇ ਉਹਨਾਂ ਨੂੰ ਡਰਾਈਵ ਯੂਨਿਟ ਕਵਾਂਗੇ। ਜਿਹੜੇ ਇੱਕ ਹੁੰਦੇ ਨੇ ਬੇਸਿਕ ਜਿਨ੍ਹਾਂ ਤੋਂ ਆਪਾਂ 7 ਬੇਸਿਕ ਯੂਨਿਟ ਵੇਖਣੇ ਉਹਨਾਂ ਨੂੰ ਕਿਵੇਂ ਆਪਾਂ ਹੁਣ ਨੈਕਸਟ ਵਿੱਚ ਵੇਖਾਂਗੇ। ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਤੁਹਾਨੂੰ ਵੀ ਪਤਾ ਮਿਹਨਤ ਤਾਂ ਜੀ ਸਾਰਿਆਂ 'ਚ ਹੀ ਲੱਗਦੀ ਹੈ, ਅਤੇ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਆ ਜੀ। ਕਹਿੰਦਾ ਜੀ ਹੁਣ ਜਿਹੜੇ ਯੂਨਿਟ ਆਪਾਂ ਯੂਜ਼ ਕਰਦੇ ਪਏ ਉਹ ਸਿਸਟਮ ਕਿਹੜਾ ਜੀ, SI ਸਿਸਟਮ ਹੁੰਦਾ। ਇਹਨੂੰ ਕਹਿੰਦੇ ਸਟੈਂਡਰਡ, ਇੰਟਰਨੈਸ਼ਨਲ ਸਟੈਂਡਰਡ। ਦੇਖੋ ਆਈ ਅੱਗੇ ਲੱਗੇ ਹਨ। ਇਹ SI ਯੂਨਿਟ ਸਿਸਟਮ ਜਿਹੜਾ ਸੀ 1960 ਦੇ ਨੇੜੇ ਤੇੜੇ ਆਪਾਂ ਕਿਸ ਨੂੰ ਅਸੈਪਟ ਕੀਤਾ ਸੀ ਪੂਰੀ ਦੁਨੀਆ ਦੇ ਵਿੱਚ। ਤਾਂ ਇਹ ਯੂਨਿਟ ਕਿਹੜੇ ਨੇ, ਦੇਖੋ ਸਿਸਟਮ ਮੈਂ ਤੁਹਾਨੂੰ ਦੱਸ ਦੇਣਾ ਕਿਹੜੇ ਹੁੰਦੇ ਨੇ। ਇੱਕ ਹੁੰਦਾ CGS, ਇਹ ਕਾਪੀ 'ਚ ਲਿਖ ਲਓ, ਇੱਥੇ ਲਿਖਿਆ ਨਹੀਂ ਮੈਂ ਸਲਾਈਡਸ 'ਤੇ ਵੀ, ਤੁਸੀਂ ਆਪਣਾ ਐਕਸਟਰਾ ਦੇ ਵਿੱਚ ਲਿਖ ਲਿਆ। ਇੱਕ ਹੁੰਦਾ FPS, ਇੱਕ ਹੁੰਦਾ CGS, ਇੱਕ ਹੁੰਦਾ FPS, ਇੱਕ ਹੁੰਦਾ MKS, ਅਤੇ ਚੌਥਾ ਸਿਸਟਮ ਮੈਂ ਇੱਥੇ ਲਿਖਿਆ ਹੋਇਆ ਜਿਹੜਾ ਕਿ ਆਪਣੇ ਟੂ ਦਾ ਪੁਆਇੰਟ ਪੜ੍ਹਨ ਵਾਲਾ ਸੀ, ਜਿਹੜਾ ਕਿ ਮੈਂ ਬਾਕੀ 3 ਨਹੀਂ ਲਿਖੇ। ਬਾਕੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਫਿਜ਼ਿਕਸ ਦੇ ਵਿੱਚ ਇਹ ਵੀ ਯੂਨਿਟ ਹੁੰਦੇ ਨੇ। ਹੁਣ ਜਿਹੜਾ ਦੇਖੋ ਜੀ ਇਹ ਜਿਹੜੇ ਇੱਥੇ ਲਿਖ ਲਏ ਤੁਸੀਂ CGS, FPS ਅਤੇ MKS। ਹੁਣ CGS ਦੇ ਵਿੱਚ C ਦਾ ਮਤਲਬ ਹੁੰਦਾ ਸੈਂਟੀਮੀਟਰ, ਠੀਕ ਹੈ, ਇਹ ਲਿਖ ਲਿਆ ਜੀ। ਉਸ ਤੋਂ ਬਾਅਦ G ਦਾ ਮਤਲਬ ਹੁੰਦਾ ਗ੍ਰਾਮ, ਅਤੇ ਇਹਦਾ ਜਿਹੜਾ S ਦਾ ਮਤਲਬ ਹੁੰਦਾ ਸੈਕਿੰਡ, ਠੀਕ ਹੈ। ਅਤੇ ਜਿਹੜਾ FPS ਦੇ ਵਿੱਚ F ਦਾ ਮਤਲਬ ਹੁੰਦਾ ਫੁੱਟ, ਅਤੇ ਜਿਹੜਾ P ਦਾ ਮਤਲਬ ਹੁੰਦਾ ਪਾਊਂਡ, ਅਤੇ S ਦਾ ਮਤਲਬ ਹੁੰਦਾ ਸੈਕਿੰਡ। ਅਤੇ ਇਹਦੇ ਵਿੱਚ MKS ਦੇ ਵਿੱਚ M ਹੁੰਦਾ ਮੀਟਰ, ਅਤੇ K ਦਾ ਮਤਲਬ ਹੁੰਦਾ ਕਿਲੋਗ੍ਰਾਮ, S ਦਾ ਮਤਲਬ ਹੁੰਦਾ ਸੈਕਿੰਡ। ਠੀਕ ਹੈ ਜੀ, ਇਹ 3 ਤਰ੍ਹਾਂ ਦੇ ਯੂਨਿਟ ਨੇ। ਇਹਨਾਂ ਦੇ ਵਿੱਚੋਂ ਜਿਹੜਾ ਅਸੈਪਟ ਕੀਤਾ ਆਪਾਂ ਉਹ ਕੀਤਾ SI ਯੂਨਿਟ, ਜਿਹੜਾ ਪੂਰੀ ਦੁਨੀਆ ਦੇ ਵਿੱਚ ਹੈ। ਕਿਉਂਕਿ ਇਹ ਜਿਹੜੇ 3 ਯੂਨਿਟ ਨੇ ਇਹ 3 ਅਲੱਗ-ਅਲੱਗ ਦੇਸ਼ਾਂ ਦੇ ਨੇ, ਅਤੇ ਸਾਰੇ ਦੇਸ਼ਾਂ ਦਾ ਆਪਣਾ ਯੂਨਿਟ ਹੁੰਦਾ ਸੀ। ਜਿਵੇਂ ਆਪਾਂ ਕੋਈ ਚੀਜ਼ ਲੈਣੀ ਸੀ ਤਾਂ ਆਪਾਂ ਕਹਿੰਦੇ ਸੀ ਸਾਡਾ ਮੀਟਰ ਇੰਨਾ ਵੱਡਾ ਹੈ, ਕੋਈ ਦੂਜੇ ਦੇਸ਼ ਵਾਲਾ ਕਹਿੰਦਾ ਸਾਡਾ ਮੀਟਰ ਤਾਂ ਇੰਨਾ ਵੱਡਾ। ਪਰ ਪੂਰੀ ਦੁਨੀਆ ਦੇ ਵਿੱਚ ਇੱਕ ਵਰਗਾ ਮੀਟਰ ਬਣਾਉਣ ਵਾਸਤੇ ਸਾਨੂੰ ਇੱਕ ਸਮਝੌਤਾ ਕਰਨਾ ਪੈਣਾ ਸੀ, ਇੱਕ ਸਿਸਟਮ ਬਣਾਉਣਾ, ਇੱਕ ਬੋਡੀ ਬਣਾਉਣੀ ਪੈਣੀ ਸੀ ਜਿਹਨੇ ਇੱਕ ਪ੍ਰੋਪਰ ਮੀਟਰ ਜਿਹੜਾ ਡਿਸਾਈਡ ਕੀਤਾ। ਉਹੀ ਯੂਨਿਟ ਨੂੰ ਆਪਾਂ SI ਯੂਨਿਟ ਕਹਿੰਦੇ ਹਾਂ। ਆਈ ਹੋਪ ਕਿ ਸਮਝ ਆ ਗਿਆ ਹੋਏਗਾ। ਕਿਉਂਕਿ ਹੁਣ ਬੇਸਿਕਲੀ ਤੁਸੀਂ ਦੇਖ ਲਓ ਦੁਨੀਆ ਦੇ ਵਿੱਚ 3 ਚੀਜ਼ਾਂ ਨੇ। ਦੇਖੋ ਆਪਣੀ ਬੋਡੀ ਕਿਸੇ ਨਾ ਕਿਸੇ ਚੀਜ਼ ਤੋਂ ਬਣੀ ਹੋਈ ਹੈ, ਜਿਹੜੇ ਕਿ ਬਿਲਕੁਲ ਬੇਸਿਕ, ਜਿਹਨੂੰ ਆਪਾਂ ਕਹਿੰਦੇ ਮਾਸ। ਇਹ ਜਿਹੜਾ ਮਾਸ ਹੈ ਇਹ ਜਿਹੜਾ ਨਾ ਪੂਰੀ ਦੁਨੀਆ ਦੇ ਵਿੱਚ ਫਿਕਸ ਹੈ। ਠੀਕ ਹੈ ਜੀ, ਇਹ ਪੂਰੀ ਆਪਣੀ ਬੋਡੀ ਦੇ ਵਿੱਚ ਹਰ ਇੱਕ ਚੀਜ਼ ਦਾ ਪੁੰਜ ਜਿਹਨੂੰ ਆਪਾਂ ਕਹਿੰਦੇ ਉਹ ਫਿਕਸ ਹੁੰਦਾ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ ਹੈ। ਇਹਨੂੰ ਮਾਪਣ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ ਜੀ, ਕਿਲੋਗ੍ਰਾਮ। ਹਰ ਬੋਡੀ ਦੇ ਵਿੱਚ ਫਿਕਸ ਹੋਊਗਾ, ਇਹ ਤੁਸੀਂ ਯਾਦ ਰੱਖਣਾ ਹੈ। ਠੀਕ ਹੈ ਜੀ, ਪੂਰੀ ਦੁਨੀਆ ਦੇ ਵਿੱਚ ਕੋਈ ਵੀ ਲੈਂਥ ਹੈ, ਭਾਵੇਂ ਉਹ ਛੋਟੀ ਹੈ ਭਾਵੇਂ ਵੱਡੀ ਹੈ, ਉਹਨੂੰ ਕਿਸੇ ਨਾ ਕਿਸੇ ਚੀਜ਼ ਦੇ ਵਿੱਚ ਜ਼ਰੂਰ ਮਾਪਿਆ ਜਾਊਗਾ, ਭਾਵੇਂ ਸੈਂਟੀਮੀਟਰਾਂ 'ਚ ਹੋਵੇ, ਭਾਵੇਂ ਮੀਟਰਾਂ ਦੇ ਵਿੱਚ ਹੋਵੇ, ਭਾਵੇਂ ਕਿਲੋਮੀਟਰਾਂ ਦੇ ਵਿੱਚ ਹੋਵੇ। ਪਰ ਉਹਨੂੰ ਅਗਰ ਸਟੈਂਡਰਡ ਮਾਪਣਾ ਆਪਾਂ ਤਾਂ ਸਟੈਂਡਰਡ ਜਿਹੜਾ ਮੀਟਰ ਹੁੰਦਾ ਉਹਨੂੰ ਆਪਾਂ ਮੀਟਰ ਦੇ ਵਿੱਚ ਮਾਪਦੇ ਹਾਂ, ਸਟੈਂਡਰਡ ਆਪਾਂ ਮੀਟਰ ਦੇ ਵਿੱਚ ਮਾਪਦੇ ਹਾਂ। ਜਿਹੜਾ ਮੀਟਰ ਤੋਂ ਛੋਟਾ ਹੋਊਗਾ ਉਹਨੂੰ ਆਪਾਂ ਛੋਟੇ ਯੂਨਿਟ ਨਾਲ ਮਾਪਾਂਗੇ, ਜਿਹੜਾ ਮੀਟਰ ਜੋੜ ਕੇ ਵੱਡਾ ਹੁੰਦਾ ਜਾਊਗਾ ਉਹਨੂੰ ਵੱਡੇ ਮੀਟਰਾਂ 'ਚ ਮਾਪਾਂਗੇ। ਠੀਕ ਹੈ ਜੀ, ਉਹਦੇ ਅਲੱਗ-ਅਲੱਗ ਨਾਮ ਨੇ। ਹੁਣ ਮਾਸ ਹੋ ਗਿਆ ਆਪਣੇ ਕੋਲ, ਇੱਕ ਬੋਡੀ ਦਾ ਮਾਸ ਜਿਹੜਾ ਹੁੰਦਾ ਉਹ ਕਿਲੋਗ੍ਰਾਮ ਦੇ ਵਿੱਚ ਮਾਪਿਆ ਜਾਂਦਾ, ਉਹਦਾ ਯੂਨਿਟ ਹੋਊਗਾ kg। ਠੀਕ ਹੈ, ਜਿਹੜਾ ਮੀਟਰ ਹੁੰਦਾ ਲੈਂਥ ਕੋਈ ਵੀ ਚੀਜ਼ ਦੀ ਦੁਨੀਆ ਦੀ ਉਹ ਮੀਟਰ 'ਚ ਮਾਪੀ ਜਾਊਗੀ, ਤਾਂ ਇਹ ਹੁੰਦਾ M। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਜਿਵੇਂ ਹੁਣ ਟਾਈਮ ਆ ਗਿਆ, ਟਾਈਮ ਪੂਰੀ ਦੁਨੀਆ ਦੇ ਵਿੱਚ ਸੈਕਿੰਡ 'ਚ ਹੀ ਮਾਪਿਆ ਜਾਊਗਾ। ਤਿੰਨੇ ਸਿਸਟਮ ਦੇ ਵਿੱਚ ਜਿਹੜਾ ਟਾਈਮ ਸੀਗਾ ਉਹ ਸੈਕਿੰਡ 'ਚ ਹੀ ਮਾਪਿਆ ਜਾਂਦਾ ਸੀ। ਪਰ CGS ਦੇ ਵਿੱਚ ਮੀਟਰ ਜਿਹੜੀ ਲੈਂਥ ਹੁੰਦੀ ਸੀ ਉਹ ਸੈਂਟੀਮੀਟਰ 'ਚ ਮਾਪੀ ਜਾਂਦੀ ਸੀ। ਜਿਹੜਾ FPS ਸਿਸਟਮ ਹੁੰਦਾ ਸੀ ਉਹਦੇ 'ਚ ਲੈਂਥ ਨੂੰ ਮਾਪਿਆ ਜਾਂਦਾ ਸੀ ਫੁੱਟ ਦੇ ਵਿੱਚ। ਠੀਕ ਹੈ ਜੀ, MKS ਦੇ ਵਿੱਚ ਮੀਟਰ ਨੂੰ ਮਾਪਿਆ ਜਾਂਦਾ ਸੀ M ਦੇ ਵਿੱਚ। ਠੀਕ ਹੈ ਜੀ, ਲੈਂਥ ਨੂੰ ਮੀਟਰ ਦੇ ਵਿੱਚ ਮਾਪਿਆ ਜਾਂਦਾ। ਆਪਾਂ ਜਿਹੜਾ SI ਯੂਨਿਟ ਹੈ ਉਹ ਮੈਕਸਿਮਮ ਕਿਹੜਾ ਆਪਣਾ ਸਿਸਟਮ ਹੈ ਜੀ, MKS ਸਿਸਟਮ ਹੈ। ਠੀਕ ਹੈ ਜੀ, ਇਹ ਤੁਸੀਂ ਯਾਦ ਰੱਖਣਾ। ਅਤੇ ਜਿਹੜਾ ਉਸ ਤੋਂ ਬਾਅਦ ਇਹ ਯਾਦ ਕਰੋ, ਜਿਹੜਾ ਹੁਣ ਇਲੈਕਟ੍ਰਿਕ ਕਰੰਟ ਹੁੰਦਾ ਇਹ ਬੇਸਿਕ 7 ਯੂਨਿਟ ਨੇ। 3 ਆਪਾਂ ਪੜ੍ਹ ਚੁੱਕੇ ਹਾਂ, ਮਾਸ, ਲੈਂਥ, ਟਾਈਮ, ਇਹ ਤਾਂ ਪੜ੍ਹ ਹੀ ਲੈਣੇ। ਚੌਥਾ ਆਪਣਾ ਯੂਨਿਟ ਕਿਹੜਾ ਹੈ, ਇਲੈਕਟ੍ਰਿਕ ਕਰੰਟ। ਹੁਣ ਕਰੰਟ ਦਾ ਜਿਹੜਾ ਹੁੰਦਾ ਨਾ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਬੇਸਿਕ ਯੂਨਿਟ ਹੈ। ਕਰੰਟ ਨੂੰ ਆਪਾਂ ਮਾਪਦੇ ਹਾਂ ਅੰਪੀਅਰ ਦੇ ਵਿੱਚ। ਤੁਸੀਂ ਅੰਪੀਅਰ ਦੇ ਵਿੱਚ ਇਹਦੇ ਵਾਸਤੇ ਜਿਹੜਾ ਮੀਟਰ ਯੂਜ਼ ਹੁੰਦਾ ਕਰੰਟ ਨੂੰ ਮਾਪਣ ਵਾਸਤੇ ਹੁੰਦਾ M ਮੀਟਰ। ਪੇਪਰ 'ਚ ਯਾਦ ਰੱਖ ਲਿਓ, ਆ ਸਕਦਾ। ਉਸ ਤੋਂ ਬਾਅਦ ਹੁੰਦਾ ਜੀ ਟੈਂਪਰੇਚਰ। ਟੈਂਪਰੇਚਰ ਨੂੰ ਮਾਪਣ ਵਾਸਤੇ ਜੀ ਇੱਕ ਸਾਇੰਟਿਸਟ ਹੋਏ ਸੀ ਜਿਹਦਾ ਨਾਮ ਸੀ ਕੈਲਵਿਨ। ਠੀਕ ਹੈ, ਸੈਂਟੀਗ੍ਰੇਡ ਵੀ ਹੋਏ ਨੇ, ਫਾਰਨਹਾਈਟ ਵੀ ਹੋਏ ਨੇ, ਰਿਊਮਰ ਵੀ ਹੋਏ ਨੇ। ਇਹਨਾਂ ਸਾਰਿਆਂ ਦੇ ਬਾਰੇ ਆਪਾਂ ਕਨਵਰਜੇਸ਼ਨ ਪੜ੍ਹਾਂਗੇ ਬਾਅਦ ਦੇ ਵਿੱਚ ਵੀ, ਕਿਵੇਂ ਕਨਵਰਟ ਕਰਦੇ ਹਾਂ ਉਹ ਚੀਜ਼ਾਂ ਬਾਅਦ 'ਚ ਪੜ੍ਹਾਂਗੇ। ਪਰ ਮੇਨਲੀ ਜਿਹੜਾ ਟੈਂਪਰੇਚਰ ਮਾਪਿਆ ਜਾਂਦਾ ਹੋਰ ਹਰ ਦੁਨੀਆ ਦੇ ਵਿੱਚ ਕੈਲਵਿਨ ਦੇ ਵਿੱਚ ਮਾਪਿਆ ਜਾਂਦਾ। ਠੀਕ ਹੈ ਜੀ, ਕੈਲਵਿਨ ਦੇ ਨਾਲ ਕਦੇ ਡਿਗਰੀ ਨਹੀਂ ਲੱਗਦੀ, ਇਹ ਵੀ ਪੇਪਰ 'ਚ ਧਿਆਨ ਰੱਖਿਆ ਜੀ, ਯਾਦ ਰੱਖਣਾ ਆਪਾਂ। ਉਸ ਤੋਂ ਬਾਅਦ ਕਹਿੰਦਾ ਜਿਹੜੀ ਚਮਕ ਹੈ, ਚਮਕ ਸਾਡੇ ਉੱਪਰ ਜਿਹੜੀ ਲਾਈਟ ਆਉਂਦੀ ਹੈ ਨਾ ਉਹਨੂੰ ਆਪਾਂ ਚਮਕ ਕਹਿੰਦੇ ਹਾਂ। ਇਹਨੂੰ ਆਪਾਂ ਕਹਿੰਦੇ ਲੂਮੀਨਸ ਇੰਟੈਂਸਿਟੀ। ਸਾਡੇ ਉੱਪਰ ਜਿਹੜੀ ਚਮਕ ਆ ਰਹੀ ਹੈ ਇਹ ਚਮਕ ਨੂੰ ਆਪਾਂ ਮਾਪਦੇ ਹਾਂ ਕੈਂਡੇਲਾ। ਇੱਕ ਸਾਇੰਟਿਸਟ ਦਾ ਨਾਮ ਸੀਗਾ, ਉਹਦੇ ਨਾਮ 'ਤੇ ਹੀ ਇਹਦਾ ਨਾਮ ਯੂਨਿਟ ਰੱਖਤਾ ਕੈਂਡੇਲਾ। ਠੀਕ ਹੈ ਜੀ, ਯਾਦ ਰੱਖਣਾ। ਉਸ ਤੋਂ ਬਾਅਦ ਹੁੰਦਾ ਹੈ ਹਰ ਬੋਡੀ ਦੇ ਵਿੱਚ ਨਾ ਇੱਕ ਛੋਟਾ ਜਿਹਾ, ਜਿਵੇਂ ਸਾਡੀ ਬੋਡੀ ਇੱਕ ਐਟਮ ਦੀ ਬਣੀ ਹੋਈ ਹੈ, ਐਟਮ ਵੀ ਅੱਗੇ ਇੱਕ ਛੋਟੇ ਛੋਟੇ ਮੋਲੀਕਿਊਲਸ ਤੋਂ ਬਣਿਆ ਹੋਇਆ ਹੈ। ਤਾਂ ਹਰ ਇੱਕ ਬੋਡੀ ਦਾ ਇੱਕ ਮੋਲੀਕਿਊਲ ਜਿਹੜਾ ਹੁੰਦਾ ਨਾ ਉਹ ਮਾਪਿਆ ਜਾਂਦਾ ਮੋਲ ਦੇ ਵਿੱਚ। ਇੱਕ ਮੋਲ ਦੀ ਵੈਲਿਊ ਕਿੰਨੀ ਹੈ, ਐਟਮ ਦੇ ਵਿੱਚ ਵੀ ਮੋਲ ਹੁੰਦੇ ਨੇ, ਉਹਨੂੰ ਯਾਦ ਰੱਖਣਾ ਤੁਸੀਂ। ਮੋਲ ਨੂੰ ਆਪਾਂ ਅਮਾਊਂਟ ਆਫ ਸਬਸਟੈਂਸ ਨੂੰ ਕਿਵੇਂ ਮਾਪਦੇ, ਕੋਈ ਵੀ ਚੀਜ਼ ਛੋਟੀ, ਬਿਲਕੁਲ ਛੋਟੀ
ਤੇ ਉਹਨੂੰ ਆਪਾਂ ਮੋਲ ਦੇ ਵਿੱਚ ਮਾਪਦੇ ਹਾਂ। ਠੀਕ ਹੈ ਜੀ, ਯਾਦ ਰੱਖਣਾ ਇਹ 7 ਬੇਸਿਕ ਯੂਨਿਟ ਸੀਗੇ ਜਿਹੜੇ ਕਿ ਤੁਹਾਨੂੰ ਪੇਪਰਾਂ ਦੇ ਵਿੱਚ ਬੇਸਿਕ ਯੂਨਿਟ ਆ ਸਕਦੇ ਨੇ, ਤੁਹਾਨੂੰ ਪੁੱਛਿਆ ਜਾ ਸਕਦਾ ਕਿਉਂਕਿ ਕੋਈ ਯੂਨਿਟ ਦੇ ਦੇਗਾ ਤੁਹਾਨੂੰ ਪੁੱਛਿਆ ਜਾਊਗਾ ਇਹ ਚੀਜ਼ ਕਿਹਦੇ ਵਿੱਚ ਮਾਪੀ ਜਾਂਦੀ ਹੈ, ਜਿਵੇਂ ਫੋਰਸ ਹੈ ਇਹ ਕਿਹਦੇ ਵਿੱਚ ਮਾਪੀ ਜਾਂਦੀ, ਵਰਕ ਹੈ ਕਿਹਦੇ ਵਿੱਚ ਮਾਪਿਆ ਜਾਂਦਾ ਹੈ। ਇਸ ਤਰ੍ਹਾਂ ਤੁਹਾਨੂੰ ਪੇਪਰ 'ਚ ਪੁੱਛਿਆ ਜਾ ਸਕਦਾ ਸਾਇੰਸ ਦੇ ਪੇਪਰ 'ਚ। ਠੀਕ ਹੈ ਜੀ, ਉਸ ਤੋਂ ਬਾਅਦ ਗੱਲ ਕਰਦੇ ਹਾਂ ਕੁਝ 2 ਐਸੇ ਯੂਨਿਟ ਨੇ ਜਿਨ੍ਹਾਂ ਨੂੰ ਬੇਸਿਕ ਵੀ ਨਹੀਂ ਕਹਿ ਸਕਦੇ ਤੇ ਡਰਾਈਵਡ ਵੀ ਨਹੀਂ ਕਹਿ ਸਕਦੇ। ਇਹ ਮਤਲਬ ਤੁਹਾਨੂੰ ਅਲੱਗ ਹੀ ਯੂਨਿਟ ਨੇ। ਉਹਦੇ ਵਿੱਚ ਕੀ ਹੈ ਜੀ, ਪਲੇਨ ਐਂਗਲ। ਪਲੇਨ ਐਂਗਲ ਹੁੰਦਾ ਹੈ ਆਪਣੇ ਕੋਲ, ਦੇਖੋ 3D ਕਿਹਨੂੰ ਕਹਿੰਦੇ ਆਪਾਂ, ਇੱਕ ਤਾਂ ਹੁੰਦਾ 2D ਦੇ ਵਿੱਚ ਹੁੰਦਾ ਕੋਈ ਚੀਜ਼ ਐਕਸ ਦੇ ਵਿੱਚ, ਕੋਈ ਲੰਬਾਈ ਦੇ ਵਿੱਚ ਹੋਵੇ ਤੇ ਕੋਈ ਚੌੜਾਈ ਦੇ ਵਿੱਚ ਹੋਵੇ। ਠੀਕ ਹੈ, ਉਸ ਨੂੰ ਆਪਾਂ ਕਹਿੰਦੇ ਆ 2D ਡਾਇਗਰਾਮ। ਜਿਹੜੀ ਕੋਈ ਚੀਜ਼ ਲੈਂਥ ਦੇ ਵਿੱਚ ਹੋਵੇ ਤੇ ਬ੍ਰੈਡਥ ਦੇ ਵਿੱਚ, ਲੰਬਾਈ ਤੇ ਚੌੜਾਈ ਦੇ ਵਿੱਚ ਕੋਈ ਚੀਜ਼ ਹੋਊਗੀ ਉਹਨੂੰ ਆਪਾਂ ਕਹਾਂਗੇ ਹਮੇਸ਼ਾ 2D। ਤੇ ਜਿਹੜੀ 3D ਕਿਵੇਂ ਹੁੰਦੀ ਹੈ, ਜਿਹੜੀ ਚੀਜ਼ ਲੰਬਾਈ ਦੇ ਵਿੱਚ ਵੀ ਹੋਵੇ, ਚੌੜਾਈ ਦੇ ਵਿੱਚ ਵੀ ਹੋਵੇ ਤੇ ਉਚਾਈ ਦੇ ਵਿੱਚ ਵੀ ਹੋਵੇ, XYZ ਤਿੰਨੇ ਪਾਸੇ ਹੋਵੇ, ਉਹਨੂੰ ਆਪਾਂ 3D ਦੇ ਵਿੱਚ ਕਹਿੰਦੇ ਆ। ਤਾਂ 3D ਜਿਹੜਾ ਪਲੇਨ ਐਂਗਲ ਹੁੰਦਾ ਉਹ ਹਮੇਸ਼ਾ ਮਾਪਿਆ ਜਾਂਦਾ 2D ਦੇ ਵਿੱਚ। ਜਿਹੜਾ ਪਲੇਨ ਐਂਗਲ ਹੁੰਦਾ ਉਹ ਮਾਪਿਆ ਜਾਂਦਾ 2D ਦੇ ਵਿੱਚ, ਤਾਂ ਰੇਡੀਅਨ ਉਹਦਾ ਐਂਗਲ ਬਣਦਾ। ਠੀਕ ਹੈ ਜੀ, ਉਹਨੂੰ ਮਾਪਣ ਦਾ ਯੂਨਿਟ ਹੁੰਦਾ ਰੇਡੀਅਨ। ਜਿਹੜਾ ਸੋਲਿਡ ਐਂਗਲ ਹੁੰਦਾ, ਸੋਲਿਡ ਕੀ ਹੈ, ਕੋਈ ਚੀਜ਼ ਸੋਲਿਡ ਹੈ ਉਹ ਤਿੰਨ ਡਾਇਰੈਕਸ਼ਨ ਦੇ ਵਿੱਚ ਹੋਊਗੀ। ਜਿਵੇਂ ਮੇਰੇ ਕੋਲ ਕਿਤਾਬ ਪਈ ਹੈ, ਇਹਦੀ ਲੰਬਾਈ ਵੀ ਇਹਦੀ ਚੌੜਾਈ ਵੀ ਇਹਦੀ ਉਚਾਈ ਵੀ ਹੈ। ਮੇਰੇ ਕੋਲ ਚਾਰਜਰ ਪਿਆ, ਮੇਰੇ ਕੋਲ ਲੰਬਾਈ ਵੀ ਹੈ, ਚੌੜਾਈ ਵੀ ਹੈ, ਉਚਾਈ ਵੀ ਹੈ। ਮੋਬਾਈਲ ਹੈ ਮੇਰੇ ਕੋਲ। ਤਾਂ ਕੋਈ ਵੀ ਚੀਜ਼ ਜਿਹੜਾ ਸੋਲਿਡ ਐਂਗਲ ਮਾਪਣ ਵਾਲਾ ਹੁੰਦਾ ਉਹ ਹੁੰਦਾ ਸਟੀਰੇਡੀਅਨ। ਠੀਕ ਹੈ, ਇਹ 7 ਯੂਨਿਟ ਉਹ ਸੀਗੇ। ਤਾਂ 9 ਯੂਨਿਟ ਹੋ ਗਏ ਜਿਹੜੇ ਬੇਸਿਕ ਦੇ ਵਿੱਚ ਕਾਊਂਟ ਕਰਕੇ ਮੰਨ ਕੇ ਚੱਲ ਸਕਦੇ ਆਪਾਂ। ਠੀਕ ਹੈ ਜੀ, ਉਸ ਤੋਂ ਬਾਅਦ ਆਉਂਦੇ ਨੇ ਕੁਝ ਐਸੇ ਯੂਨਿਟ ਜਿਹੜੇ ਇਹਨਾਂ ਨੂੰ ਹੀ ਘੁਮਾ ਫਿਰਾ ਕੇ ਆਪਾਂ ਜੋੜ ਕੇ ਜਾਂ ਇਹਨਾਂ ਦੇ ਵਿੱਚ ਕੋਈ ਡੈਰੀਵੇਸ਼ਨਾਂ ਕੋਈ ਇਕੁਏਸ਼ਨਾਂ ਬਣਾ ਕੇ ਉਹਦੇ ਨਾਲ ਆਪਾਂ ਨਵਾਂ ਯੂਨਿਟ ਬਣਾ ਲਈਏ, ਉਸ ਚੀਜ਼ ਨੂੰ ਆਪਾਂ ਕਹਿੰਦੇ ਹਾਂ ਡਰਾਈਵਡ ਯੂਨਿਟ। ਜਿਵੇਂ ਆਪਣੇ ਕੋਲ ਮੋਟਰਸਾਈਕਲ ਦੇ ਆਪਣੇ ਕੋਲ ਜਿਹੜੇ ਟਾਇਰ ਅਲੱਗ ਹੋਣ, ਇੰਜਨ ਅਲੱਗ ਹੋਵੇ, ਹੈਂਡਲ ਅਲੱਗ ਹੋਵੇ, ਲਾਈਟਾਂ ਅਲੱਗ ਹੋਣ, ਤਾਂ ਉਹਨਾਂ ਸਾਰਿਆਂ ਨੂੰ ਜੋੜ ਕੇ, ਵੈਸੇ ਤਾਂ ਸਾਰੇ ਅਲੱਗ-ਅਲੱਗ ਨੇ, ਜੋੜ ਕੇ ਆਪਾਂ ਕੀ ਕੀਤਾ ਉਹਨੂੰ ਡਰਾਈਵ ਮੋਟਰਸਾਈਕਲ ਬਣਾ ਲਿਆ। ਇਸੇ ਤਰ੍ਹਾਂ ਹੀ ਸਾਰਿਆਂ ਨੂੰ ਜੋੜ ਕੇ ਆਪਾਂ ਕੀ ਕੀਤਾ, ਸਾਰਿਆਂ ਨੂੰ ਡਰਾਈਵ ਯੂਨਿਟ ਬਣਾ ਲਏ। ਕੁਝ ਇਹ ਸੰਖਿਆ ਦੇ ਵਿੱਚ ਬਹੁਤ ਜ਼ਿਆਦਾ ਨੇ। ਤੁਸੀਂ ਆਪਣੀ ਕੋਈ ਬੁੱਕ ਲੈਣੀ ਹੈ, ਅਰਿਹੰਤ ਲੈ ਲਓ, ਲੂਸੈਂਟ ਬੁੱਕ ਲੈ ਲਓ, ਸਫੀਸ਼ੀਐਂਟ ਹੈ ਰੇਲਵੇ ਵਾਸਤੇ। ਤੇ ਉਹਨੂੰ ਆਪਾਂ ਕੀ ਕਰੋ, ਇਹਦੇ ਵਿੱਚ ਤੁਸੀਂ ਕੁਝ ਯੂਨਿਟ ਜਿਹੜੇ ਮੈਂ ਇੱਥੇ ਲਿਖੇ ਹੋਏ ਨੇ ਉਹ ਤਾਂ ਯਾਦ ਕਰ ਲਓ, ਉਹਦੇ ਇਲਾਵਾ ਤੁਸੀਂ ਵੇਖ ਸਕਦੇ ਹੋ। ਠੀਕ ਹੈ ਜੀ, ਆਪਣੀ ਬੁੱਕਸ ਦੇ ਵਿੱਚੋਂ ਵੀ। ਜਿਵੇਂ ਹੁਣ ਆਪਣੇ ਕੋਲ ਏਰੀਆ ਪੁੱਛਿਆ ਜਾਂਦਾ। ਏਰੀਆ ਕੀ ਹੁੰਦਾ ਜੀ, ਕੋਈ ਚੀਜ਼ ਜਿਵੇਂ ਆਪਣੇ ਕੋਲ ਲੰਬਾਈ ਹੋਵੇ, ਚੌੜਾਈ ਹੋਵੇ, ਆਹ ਕਿੰਨੀ ਥਾਂ ਘੇਰੀ ਹੈ, ਇਹਨੂੰ ਆਪਾਂ ਕਿਵੇਂ ਲਿਖਦੇ ਹਾਂ, ਲੰਬਾਈ ਚੌੜਾਈ। ਤੁਸੀਂ ਮੈਂਸੂਰੇਸ਼ਨ ਦੇ ਵਿੱਚ ਇੱਕ ਚੈਪਟਰ ਆਪਣਾ ਮੈਥ ਦੇ ਵਿੱਚ, ਉਹਦੇ 'ਚ ਆਪਾਂ ਕੀ ਪੜ੍ਹਦੇ ਹਾਂ, ਏਰੀਆ ਦੇ ਬਾਰੇ। ਪੈਰੀਮੀਟਰ ਕਿੰਨਾ ਹੁੰਦਾ ਹੈ, ਡਾਇਆਮੀਟਰ ਕਿੰਨਾ ਹੁੰਦਾ ਹੈ, ਇਹ ਚੀਜ਼ਾਂ ਆਪਾਂ ਪੜ੍ਹਦੇ ਹਾਂ ਨਾ। ਰੈਕਟੈਂਗੂਲਰ ਕੀ ਚੀਜ਼ ਹੈ, ਸਕੁਅਰ ਕੀ ਚੀਜ਼ ਹੈ, ਆਪਾਂ ਵਰਗ, ਘਨ ਵਗੈਰਾ ਇਹ ਚੀਜ਼ਾਂ ਪੜ੍ਹਦੇ ਹਾਂ, ਉਹਦੇ ਵਿੱਚ ਏਰੀਆ ਕੱਢਿਆ ਜਾਂਦਾ। ਠੀਕ ਹੈ ਜੀ, ਉਹੀ ਚੀਜ਼ ਹੈ। ਜੇ ਏਰੀਆ ਦਾ ਯੂਨਿਟ ਜਿਹੜਾ ਤੁਸੀਂ ਹਮੇਸ਼ਾ ਕਿਸੇ ਏਰੀਆ ਦੇ ਮਗਰ M2 ਲਿਖਦੇ ਹੋ, ਦਾ ਮਤਲਬ ਹੁੰਦਾ ਹੈ ਲੰਬਾਈ ਵੀ ਹੁੰਦੀ ਤੇ ਚੌੜਾਈ ਦੋਨੇ ਕੀ ਹੁੰਦਾ, ਮੀਟਰ ਹੁੰਦਾ। ਤੇ ਮੀਟਰ ਨੂੰ ਮੀਟਰ ਨਾਲ ਗੁਣਾ ਕਰੋਗੇ ਤਾਂ ਮੀਟਰ ਸਕੁਅਰ ਬਣ ਜਾਂਦਾ। ਤਾਂ ਏਰੀਆ ਦਾ ਯੂਨਿਟ ਕੀ ਹੁੰਦਾ ਜੀ, ਮੀਟਰ ਸਕੁਅਰ। ਇਸੇ ਤਰ੍ਹਾਂ ਹੀ ਵੋਲਿਊਮ ਕੀ ਹੁੰਦਾ, ਵੋਲਿਊਮ ਹੁੰਦਾ ਤਿੰਨੇ ਦਿਸ਼ਾਵਾਂ ਦੇ ਵਿੱਚ। ਅਗਰ ਮੇਰੇ ਕੋਲ ਕੋਈ ਲੰਬਾਈ, ਚੌੜਾਈ, ਉਚਾਈ ਤਿੰਨੇ, ਤੁਹਾਨੂੰ ਪਤਾ ਹੈ ਤਿੰਨੇ ਹੀ ਲੈਂਥਾਂ ਨੇ, ਤੇ ਤਿੰਨੇ ਲੈਂਥ ਨੂੰ ਆਪਾਂ ਗੁਣਾ ਕਰਾਂਗੇ ਇੱਕ ਦੂਜੇ ਨਾਲ, ਤੇ ਵੋਲਿਊਮ ਦਾ ਯੂਨਿਟ ਕੀ ਆ ਜਾਊਗਾ ਜੀ, ਮੀਟਰ ਕਿਊਬ। ਠੀਕ ਹੈ ਜੀ, ਤਿੰਨੇ। ਤਾਂ ਵੋਲਿਊਮ ਹੁੰਦਾ ਆਇਤਨ, ਜਿਹਨੂੰ ਆਪਾਂ ਮਾਪਦੇ ਹਾਂ, ਜਿਹਦੀ ਹਰੇਕ ਪਾਸੇ ਲੈਂਥ ਹੁੰਦੀ ਹੈ, ਲੈਂਥ ਨੂੰ ਆਪਸ 'ਚ ਗੁਣਾ ਕੀਤਾ, ਮੀਟਰ ਕਿਊਬ ਬਣ ਗਿਆ। ਉਸ ਤੋਂ ਬਾਅਦ ਆਉਂਦੀ ਹੈ ਵੈਲੋਸਿਟੀ ਦਾ ਹੁਣ ਆਪਾਂ ਪੜ੍ਹਾਂਗੇ ਵੈਲੋਸਿਟੀ ਕੀ ਚੀਜ਼ ਹੁੰਦੀ ਹੈ। ਪਰ ਇੱਕ ਵਾਰੀ ਇੱਕ ਯਾਦ ਕਰ ਲਓ, ਤੁਸੀਂ ਸਪੀਡ ਦੇ ਬਾਰੇ ਸੁਣਿਆ ਹੋਊਗਾ। ਸਪੀਡ ਦੇ ਬਾਰੇ ਨਾ ਆਪਾਂ ਪੜ੍ਹਿਆ ਵੀ ਸੀਗਾ, ਸਪੀਡ ਟਾਈਮ ਡਿਸਟੈਂਸ ਦਾ ਆਪਾਂ ਕੁਐਸਚਨ ਕਰ ਮੈਥ ਦੇ ਵਿੱਚ ਚੈਪਟਰ ਹੈ, ਉਹਦੇ ਵਿੱਚ ਆਪਾਂ ਪੜ੍ਹਦੇ ਹੁੰਦੇ ਹਾਂ ਕੀ ਹੁੰਦਾ, ਡਿਸਟੈਂਸ ਅਪੋਨ ਟਾਈਮ। ਇਸੇ ਤਰ੍ਹਾਂ ਹੀ ਸਪੀਡ ਹੁੰਦੀ ਹੈ, ਉਹਦੇ ਵਿੱਚ ਹੁੰਦਾ ਡਿਸਪਲੇਸਮੈਂਟ ਅਪੋਨ ਟਾਈਮ। ਹੁਣ ਟਾਈਮ ਮਾਪਦੇ ਆਪਾਂ ਸੈਕਿੰਡ ਦੇ ਵਿੱਚ, ਡਿਸਟੈਂਸ ਕੋਈ ਵੀ ਹੋਵੇ, ਡਿਸਪਲੇਸਮੈਂਟ ਵਿਸਥਾਪਨ ਕੋਈ ਵੀ ਹੋਵੇ, ਉਹਨੂੰ ਆਪਾਂ ਮੀਟਰ ਦੇ ਵਿੱਚ ਹੀ ਮਾਪਾਂਗੇ, ਕਿਉਂਕਿ ਲੈਂਥ ਤੇ ਪਰ ਟਾਈਮ ਦੇ ਹਿਸਾਬ ਨਾਲ। ਤਾਂ ਉਹਨੂੰ ਮੀਟਰ ਪਰ ਸੈਕਿੰਡ ਸਾਡਾ ਕੀ ਬਣ ਗਿਆ, ਯੂਨਿਟ ਬਣ ਗਿਆ। ਠੀਕ ਹੈ ਜੀ, ਵੈਲੋਸਿਟੀ ਦਾ ਯੂਨਿਟ ਹੁੰਦਾ ਮੀਟਰ ਪਰ ਸੈਕਿੰਡ। ਹੁਣ ਜਿਵੇਂ ਫੋਰਸ ਹੈ, ਫੋਰਸ ਦਾ ਮਤਲਬ ਹੁੰਦਾ ਕੋਈ ਚੀਜ਼ ਨੂੰ ਮਾਸ ਹੈ, ਉਸ ਦੇ ਨਾਲ ਐਕਸਲਰੇਸ਼ਨ, ਹਿਲਜੁਲ, ਉਹਨੂੰ ਗੁਣਾ ਕਰ ਦਿਓ ਦੋਨੇ ਚੀਜ਼ਾਂ ਨੂੰ, ਤਾਂ ਆਪਣੇ ਕੋਲ ਕੀ ਬਣ ਜਾਏਗਾ, ਕਿਲੋਗ੍ਰਾਮ ਮੀਟਰ ਪਰ ਸੈਕਿੰਡ ਸਕੁਅਰ। ਇਹ ਤੁਹਾਡਾ ਇਹ ਬਣ ਜਾਏਗਾ। ਆਪਾਂ ਪੜ੍ਹਾਂਗੇ ਐਕਸਲਰੇਸ਼ਨ ਕੀ ਚੀਜ਼ ਹੈ, ਮਾਸ ਕੀ ਚੀਜ਼ ਹੈ, ਫੋਰਸ ਕਿਵੇਂ ਬਣਦਾ ਹੈ, ਇਹ ਸਾਰੀਆਂ ਚੀਜ਼ਾਂ ਪੜ੍ਹਾਂਗੇ ਨੈਕਸਟ ਚੈਪਟਰ। ਇੱਥੇ ਹੁਣ ਅਸੀਂ ਬੇਸਿਕ ਕਰਦੇ ਪਏ ਹਾਂ। ਠੀਕ ਹੈ ਜੀ, ਬੇਸਿਕ ਦੇ ਵਿੱਚ ਤੁਹਾਨੂੰ ਇੰਨਾ ਹੀ ਦੱਸਣਾ ਜ਼ਰੂਰੀ ਸੀਗਾ। ਉਸ ਤੋਂ ਬਾਅਦ ਦੇਖੋ ਤੁਸੀਂ, ਇੱਕ ਲਾਈਟ ਈਅਰ ਕਿੰਨਾ ਹੁੰਦਾ ਹੈ। ਲਾਈਟ ਈਅਰ ਹੁੰਦਾ ਜੀ, ਇੱਕ ਦੇਖੋ, ਇੱਕ ਸੂਰਜ ਤੋਂ ਲੈ ਕੇ ਧਰਤੀ ਤੱਕ, ਸੂਰਜ ਤੋਂ ਲੈ ਕੇ ਜਿਵੇਂ ਅਰਥ ਹੈ, ਆ ਸਨ ਹੈ, ਸਨ ਤੋਂ ਲੈ ਕੇ ਧਰਤੀ ਤੱਕ ਜਿੰਨੀ ਦੂਰੀ ਹੈ, ਇਹਨੂੰ ਆਪਾਂ ਕੀ ਕਹਿੰਦੇ ਹਾਂ, ਇੱਕ ਲਾਈਟ ਈਅਰ। ਠੀਕ ਹੈ ਜੀ, ਲਾਈਟ ਈਅਰ ਦੀ ਹੁਣ ਇੱਥੇ ਵੈਲਿਊ ਦਿੱਤੀ ਹੋਈ ਹੈ 9.46 × 10⁻15 ਜਿਹੜੀ ਮੀਟਰ ਹੈ, ਇਹ ਲੈਂਥ ਦੀ, ਇਹਨੂੰ ਲਾਈਟ ਈਅਰ ਕਹਿੰਦੇ। ਇੱਕ ਲਾਈਟ ਈਅਰ ਦੀ ਵੈਲਿਊ ਇੰਨੀ ਹੈ। ਸਭ ਤੋਂ ਵੱਡੀ ਦੁਨੀਆ ਦੇ ਵਿੱਚ ਲੈਂਥ ਜਿਹੜੀ ਮਾਪਣ ਦਾ ਯੂਨਿਟ ਹੈ, ਉਹ ਕਿਹੜਾ ਜੀ, ਪਾਰਸੈਕ ਯੂਨਿਟ ਹੈ ਸਭ ਤੋਂ ਵੱਡਾ। ਉਹਦੇ ਵਿੱਚ ਜੀ 3.26 ਜਿਹੜਾ ਹੈ, ਇਹ ਲਾਈਟ ਈਅਰ, ਇੰਨੇ ਯੂਨਿਟ ਹੁੰਦੇ ਨੇ ਇਹਦੇ ਵਿੱਚ, ਇੱਕ ਪਾਰਸੈਕ ਦੇ ਵਿੱਚ। ਤੁਹਾਨੂੰ ਪੇਪਰ 'ਚ ਆਊਗਾ ਸਭ ਤੋਂ ਵੱਡਾ ਯੂਨਿਟ ਕਿਹੜਾ ਹੈ, ਰੇਲਵੇ 'ਚ ਕੁਐਸਚਨ ਆਇਆ ਹੋਇਆ ਸੀਗਾ। ਠੀਕ ਹੈ, ਤਾਂ ਹੀ ਮੈਂ ਇੱਥੇ ਲਿਖਿਆ, ਤੁਸੀਂ ਯਾਦ ਰੱਖਿਆ ਜੀ। ਹੁਣ ਇੱਕ ਐਸਟਰੋਨੋਮੀਕਲ ਯੂਨਿਟ ਕਿੰਨਾ ਹੁੰਦਾ ਜੀ, ਇੱਕ ਐਸਟਰੋਨੋਮੀਕਲ ਯੂਨਿਟ ਬਾਰੇ ਦੱਸਿਆ ਹੋਇਆ
ਤਾਂ ਇਹ ਦੀ ਵੈਲਿਊ ਇੰਨੀ ਹੈ। ਸਿਰਫ ਵੈਲਿਊ ਯਾਦ ਕਰ ਲਓ, ਇਹਦੇ 'ਚ ਤੁਹਾਨੂੰ ਕੁਛ ਨਹੀਂ ਆਊਗਾ ਜ਼ਿਆਦਾ। ਆਪਾਂ ਇਹਦੇ ਬਾਰੇ ਆਪਾਂ ਸੋਲਰ ਸਿਸਟਮ ਡਿਟੇਲ ਦੇ ਵਿੱਚ ਪੜ੍ਹਾਂਗੇ ਨਾ, ਤਾਂ ਸੋਲਰ ਸਿਸਟਮ ਦੇ ਵਿੱਚ ਤੁਹਾਨੂੰ ਮੈਂ ਸਾਰੀ ਚੀਜ਼ਾਂ ਡਿਫਾਈਨ ਕਰੂੰਗਾ। AU ਕੀ ਹੈ, ਲਾਈਟ ਈਅਰ ਕੀ ਹੈ, ਸਨ ਦੇ ਕਿੰਨੇ ਸੈਟਲਾਈਟ ਹੁੰਦੇ ਨੇ, ਸੈਟਲਾਈਟ ਕਿੰਨੇ ਨੇ, ਅਤੇ ਇਹ ਆਪਾਂ ਪਲੈਨਟ ਕਿੰਨੇ ਨੇ, ਐਸਟਰੋਇਡ ਕਿਹਨੂੰ ਕਹਿੰਦੇ, ਇਹ ਸਾਰੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਪੜ੍ਹਾਂਗੇ ਆਪਾਂ। ਅਤੇ ਇੱਥੇ ਘਬਰਾਉਣ ਦੀ ਲੋੜ ਨਹੀਂ, ਇਸ ਸਿਰਫ ਬੇਸਿਕ ਹੈਗਾ। ਤਾਂ ਬੇਸਿਕ ਇੱਕ ਵਾਰੀ ਅੱਗੇ ਅੱਗੇ ਚਲਾਓ ਤਾਂ ਕਿ ਤੁਹਾਨੂੰ ਦਿਮਾਗ 'ਚ ਸੈਟਿੰਗ 'ਚ ਬੈਠੇ ਵੀ ਇਹ ਜਿਹੜਾ ਸਾਇੰਸ ਆ ਬਿਲਕੁਲ ਬੇਸਿਕ ਤੋਂ ਕਰਦੇ ਪਏ ਹਾਂ। ਉਸ ਤੋਂ ਬਾਅਦ ਹਨ ਕਿਸੇ ਵੀ ਕੁਆਂਟਿਟੀ ਨੂੰ, ਜਿਹੜੀ ਹੁਣ ਆਪਣੇ ਕੋਲ ਯੂਨਿਟ ਆਏ, ਇਹਨੂੰ ਆਪਾਂ ਕਹਾਂਗੇ ਫਿਜ਼ੀਕਲ ਕੁਆਂਟਿਟੀ, ਕਿਉਂਕਿ ਹੱਥਾਂ ਨਾਲ ਆਪਾਂ ਦੱਸ ਸਕਦੇ ਹਾਂ ਨਾ ਵੀ ਇਹ ਇੰਨੇ ਕਿਲੋ, ਇੰਨੇ kg ਦੀ ਹੈ, ਜਾਂ ਇੰਨਾ ਭਾਰ ਹੈ ਇਹਦਾ, ਇੰਨੀ ਲੈਂਥ ਹੈ, ਇੰਨਾ ਮੀਟਰ ਹੈ। ਇਹਨਾਂ ਫਿਜ਼ੀਕਲ ਕੁਆਂਟੀਟੀਜ਼ ਨੂੰ ਆਪਾਂ ਕੀ ਕਰ ਸਕਦੇ ਹਾਂ, ਇਹਨੂੰ ਆਪਾਂ ਡਿਫਾਈਨ ਕਰ ਸਕਦੇ ਹਾਂ। ਇਹਨੂੰ ਆਪਾਂ ਜੇ ਲਿਖਣਾ ਹੋਵੇ ਕਾਪੀ ਦੇ ਉੱਪਰ, ਉਹ ਤਾਂ ਵੈਸੇ ਹੀ ਦੇਖ ਕੇ ਦੱਸ ਰਹੇ ਸੀ ਨਾ, ਉਹਦੀ ਡਿਮੈਂਸ਼ਨਿੰਗ ਕਰਨੀ ਹੋਵੇ, ਪੇਪਰ ਦੇ ਉੱਪਰ ਦੱਸਣਾ ਹੋਵੇ, ਕੈਲਕੂਲੇਟ ਕਰਕੇ ਦੱਸਣਾ ਹੋਵੇ, ਤਾਂ ਉਹਨੂੰ ਕਿਵੇਂ ਦੱਸਾਂਗੇ? ਉਹਨੂੰ ਆਪਾਂ ਕਹਿੰਦੇ ਹਾਂ ਡਿਮੈਂਸ਼ਨਿੰਗ ਆਫ ਫਿਜ਼ੀਕਲ ਕੁਆਂਟੀਟੀਜ਼। ਫਿਜ਼ੀਕਲ ਕੁਆਂਟੀਟੀਜ਼ ਉਹਨੂੰ ਆਪਾਂ ਪਾਵਰਾਂ ਦੇ ਵਿੱਚ ਲਿਖਦੇ ਹਾਂ। ਪਾਵਰਸ ਮਤਲਬ ਆਪਾਂ ਹਰ ਚੀਜ਼ ਦੀ ਸਕੇਅਰ ਕਰਦੇ ਹਾਂ ਨਾ, ਕਿਊਬ ਕਰਦੇ ਹਾਂ, ਤਾਂ ਉਹਨੂੰ ਆਪਾਂ ਉਸ ਚੀਜ਼ ਦੇ ਵਿੱਚ ਫਾਰਮੈਟ ਦੇ ਵਿੱਚ ਲਿਖਦੇ ਹਾਂ। ਤਾਂ ਇਹਦੇ ਵਾਸਤੇ ਤੁਸੀਂ ਦੇਖੋ ਆਪਣੇ ਕੋਲ, ਜਿਵੇਂ ਦੇਖੋ, ਜਿਵੇਂ ਮੇਰੇ ਕੋਲ ਯੂਨਿਟ ਆ ਗਿਆ, ਜਿਵੇਂ ਮੈਂ ਮਾਸ ਨੂੰ ਕਿਵੇਂ ਚ ਮਾਪਦਾ, ਜਿਹੜਾ ਮੇਰੇ ਕੋਲ ਮੀਟਰ ਹੁੰਦਾ, ਇੱਕ ਤਾਂ ਤੁਹਾਨੂੰ ਦੇਖਾਂ ਮਾਸ ਹੁੰਦਾ, ਉਹਨੂੰ ਆਪਾਂ M ਲਿਖਾਂਗੇ, ਲੈਂਥ ਹੁੰਦੀ ਹੈ ਉਹਨੂੰ L ਲਿਖਾਂਗੇ, ਜਿਹੜਾ ਟਾਈਮ ਹੁੰਦਾ ਉਹਨੂੰ T ਲਿਖਾਂਗੇ। ਤਾਂ ਜਿਹੜਾ ਵੀ ਯੂਨਿਟ ਆਊਗਾ ਨਾ, ਮੰਨ ਲਓ ਮੇਰੇ ਕੋਲ ਆਇਆ ਸੀਗਾ ਸਪੀਡ ਨੂੰ ਆਪਾਂ ਕੀ ਲਿਖਿਆ ਸੀ, ਮੀਟਰ ਡਿਸਟੈਂਸ ਪੌਨ ਟਾਈਮ, ਅਤੇ ਟਾਈਮ ਕਿਹਦੇ ਵਿੱਚ ਮਾਪਦੇ ਸੀ, ਸੈਕਿੰਡ ਦੇ ਵਿੱਚ, ਅਤੇ ਮੀਟਰ ਲੈਂਥ ਕਿਹਦੇ ਵਿੱਚ ਮਾਪਦੇ ਸੀ, ਮੀਟਰ ਦੇ ਵਿੱਚ। ਤਾਂ ਲੈਂਥ ਹੁਣ ਇਹਨੂੰ ਆਪਾਂ ਕਿਵੇਂ ਲਿਖਦੇ ਸੀ, ਦੇਖੋ ਮੈਂ ਇੱਥੇ ਦੱਸਦਾ ਤੁਹਾਨੂੰ। ਮੰਨ ਲਓ MLT ਆਪਣੇ ਕੋਲ ਇਹ ਡਿਮੈਂਸ਼ਨਲ ਯੂਨਿਟ ਹੈ, ਕਿ ਮਾਸ ਨੂੰ ਆਪਾਂ M 'ਚ ਲਿਖਾਂਗੇ, ਲੈਂਥ ਨੂੰ L ਦੇ ਵਿੱਚ, T ਨੂੰ T ਦੇ ਵਿੱਚ। ਠੀਕ ਹੈ, ਇੱਕ ਛੋਟਾ ਜਿਹਾ ਕੰਸੈਪਟ ਹੈ, ਸਮਝ ਲਓ ਇਹਨੂੰ। ਬਾਕੀ ਚਾਹੋ ਤਾਂ ਸਕਿੱਪ ਵੀ ਕਰ ਸਕਦੇ, ਪਰ ਸਾਨੂੰ ਪਤਾ ਹੋਣਾ ਚਾਹੀਦਾ ਕੋਈ ਵੀ ਚੀਜ਼ ਆਪਾਂ ਸਕਿੱਪ ਕਰਕੇ ਨਹੀਂ ਚੱਲਣੀ ਗੀ। ਠੀਕ ਹੈ ਜੀ। ਅਤੇ ਉਸ ਤੋਂ ਬਾਅਦ ਦੇਖੋ, ਇਹ ਤਿੰਨੇ ਚੀਜ਼ਾਂ ਆਪਾਂ ਐਵੇਂ ਮਾਪ ਸਕਦੇ ਹਾਂ। ਜੇ ਨਾ ਆਪਾਂ ਇਹਨੂੰ ਕਾਪੀ ਦੇ ਉੱਪਰ ਲਿਖਣਾ ਤਾਂ ਐਵੇਂ ਲਿਖਾਂਗੇ। ਠੀਕ ਹੈ, ਇੱਥੇ ਪਾਵਰਾਂ ਆਉਣਗੀਆਂ, 1 ਆਊਗਾ, 2 ਆਊਗਾ। ਪਾਵਰ ਕਿਵੇਂ ਡਿਸਾਈਡ ਹੋਊਗੀ, ਮੈਂ ਦੱਸਿਆ ਸੀ ਨਾ, ਸਪੀਡ ਹੁੰਦੀ ਹੈ ਆਪਣੀ ਡਿਸਟੈਂਸ ਪੌਨ ਟਾਈਮ ਨੂੰ ਮਾਪਦੇ ਸੈਕਿੰਡ ਦੇ ਵਿੱਚ, ਡਿਸਟੈਂਸ ਨੂੰ ਮਾਪਦੇ ਮੀਟਰ ਦੇ ਵਿੱਚ। ਤਾਂ ਇਹ ਕੀ ਬਣ ਗਈ, ਮੀਟਰ ਪਰ ਸੈਕਿੰਡ ਸਕੁਏਅਰ -1, ਕਿਉਂਕਿ ਜਦੋਂ ਇੱਥੇ ਦਾ ਜਿਹੜਾ S ਹੈ ਉੱਪਰ ਜਾਊਗਾ ਤਾਂ -1 ਹੋ ਜਾਊਗਾ। ਇੱਥੇ M ਦੀ ਵੈਲਿਊ 1 ਹੋਗੀ, ਕਿਉਂਕਿ ਇੱਥੇ ਕਿਉਂਕਿ ਮੀਟਰ ਦੇ ਵਿੱਚ ਮਾਪੇ, ਤਾਂ L ਦੀ ਵੈਲਿਊ 1 ਔਰ S ਦੀ ਵੈਲਿਊ -1। ਤਾਂ ਆਪਾਂ ਇੱਥੇ ਇੱਥੇ L ਦੀ ਵੈਲਿਊ ਜਿਹੜੀ 1 ਲਿਖਾਂਗੇ, T ਦੀ ਵੈਲਿਊ -1 ਲਿਖਾਂਗੇ। ਠੀਕ ਹੈ ਜੀ, ਇਹ ਹੋ ਗਈ MLT ਫੋਰਮ। ਬਸ ਇੰਨਾ ਹੀ ਹੈ ਇਹਦਾ ਕੁਐਸਚਨ, ਹੋਰ ਇਹਦੇ 'ਚ ਪੇਪਰ 'ਚ ਕੁਛ ਨਹੀਂ ਆਉਣਾ ਇਹਦੇ ਤੋਂ ਰਿਲੇਟਡ। ਠੀਕ ਹੈ ਜੀ, ਬਸ ਯਾਦ ਕਰ ਸਕਦੇ ਹੋ ਇਸ ਚੀਜ਼ ਨੂੰ। ਉਸ ਤੋਂ ਬਾਅਦ ਜਿਹੜੇ ਯੂਨਿਟ ਹੁੰਦੇ ਨੇ ਨਾ, ਇਹਦੇ ਵਿੱਚ ਨਾ 2 ਤਰ੍ਹਾਂ ਦੇ ਯੂਨਿਟ ਹੁੰਦੇ ਨੇ। ਦੇਖੋ ਅੱਗੇ ਜਿਹੜੇ ਯੂਨਿਟ ਨੇ, ਪਹਿਲਾਂ ਆਪਾਂ ਡਿਫਾਈਨ ਕੀਤਾ ਸੀ ਉਹਨੂੰ, ਕਿਵੇਂ ਕੀਤਾ ਸੀ ਯੂਨਿਟ ਨੂੰ, ਜਿਹੜਾ ਪਹਿਲੇ ਆਪਾਂ ਯੂਨਿਟ ਡਿਸਾਈਡ ਕਰਕੇ ਆਏ ਸੀ ਨਾ। ਉਸ ਤੋਂ ਇਲਾਵਾ ਵੀ ਆਪਾਂ ਕੀ ਕਰ ਸਕਦੇ ਹਾਂ, ਵੀ ਆਪਾਂ ਇਹਨੂੰ ਡਿਫਾਈਨ ਕਰ ਸਕਦੇ ਹਾਂ ਵੈਕਟਰ ਯੂਨਿਟ ਅਤੇ ਸਕੇਲਰ ਯੂਨਿਟ ਅਤੇ ਵੈਕਟਰ ਯੂਨਿਟ, 2 ਭਾਗਾਂ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਯੂਨਿਟ ਨੂੰ ਡਿਫਾਈਨ ਕਰ ਸਕਦੇ ਹਾਂ। ਠੀਕ ਹੈ ਜੀ। ਅਤੇ ਇਹਨਾਂ ਨੂੰ ਹੁਣ ਵੈਕਟਰ ਅਤੇ ਸਕੇਲਰ ਦਾ ਕੀ ਹਿਸਾਬ ਕਿਤਾਬ ਹੈ, ਇਹਦੇ ਵਿੱਚ 2 ਕੁਆਂਟੀਟੀਆਂ ਯਾਦ ਰੱਖੋ। ਐਸਾ ਯੂਨਿਟ ਜਿਹਦੇ ਵਿੱਚ ਕੀ ਹੋਵੇ, ਮਾਸ ਵੀ ਹੋਵੇ, ਮਾਸ ਮਤਲਬ ਸਮਝਦੇ ਹੋ, ਮਾਸ ਵੀ ਹੋਵੇ ਅਤੇ ਇੱਕ ਡਾਇਰੈਕਸ਼ਨ ਵੀ ਹੋਵੇ। ਮਤਲਬ ਮਾਸ ਦੇ ਵਿੱਚ ਕੀ ਹੋਊਗੀ, ਉਹਦੀ ਵੈਲਿਊ ਵੀ ਹੋਵੇ, ਕੋਈ ਚੀਜ਼ ਦੀ ਵੈਲਿਊ ਦੱਸੀ ਹੋਵੇ, ਅਤੇ ਨਾਲੇ ਉਹਦੀ ਡਾਇਰੈਕਸ਼ਨ ਹੋਵੇ, ਵੀ ਕਿਹੜੀ ਦਿਸ਼ਾ ਦੇ ਵਿੱਚ ਉਹ ਕੰਮ ਕਰਦਾ ਪਿਆ। ਇਹ ਦੋਨੇ ਚੀਜ਼ਾਂ ਹੋਈਆਂ ਤਾਂ ਉਹਨੂੰ ਆਪਾਂ ਕਵਾਂਗੇ ਸਿਰਫ ਵੈਕਟਰ ਕੁਆਂਟਿਟੀ। ਠੀਕ ਹੈ, ਵੈਕਟਰ ਕੁਆਂਟਿਟੀ, ਉਹਨੂੰ ਵੈਕਟਰ ਕੁਆਂਟਿਟੀ ਕਵਾਂਗੇ। ਜਿਹਦੇ ਵਿੱਚ ਓਨਲੀ ਕੀ ਹੋਵੇ, ਸਿਰਫ ਮਾਸ ਹੋਵੇ, ਡਾਇਰੈਕਸ਼ਨ ਹੋਵੇ ਹੀ ਨਾ, ਸਿਰਫ ਮਾਸ ਹੋਵੇ, ਡਾਇਰੈਕਸ਼ਨ ਹੋਵੇ ਹੀ ਨਾ, ਤਾਂ ਉਹਨੂੰ ਆਪਾਂ ਕਵਾਂਗੇ ਸਕੇਲਰ ਕੁਆਂਟਿਟੀ। ਠੀਕ ਹੈ, ਇੱਥੇ ਆਹੀ ਚੀਜ਼ ਲਿਖੀ ਹੋਈ ਹੈ, ਕਹਿੰਦਾ ਪਿਆ ਜੀ ਫਿਜ਼ੀਕਲ ਕੁਆਂਟਿਟੀ ਵਿਚ ਹੈ ਬੋਥ ਮੈਗਨੀਟਿਊਡ ਦਾ ਮਤਲਬ ਉਹਦੀ ਵੈਲਿਊ ਹੋਵੇ, ਅਤੇ ਉਸ ਤੋਂ ਬਾਅਦ ਉਹਦੀ ਡਾਇਰੈਕਸ਼ਨ ਹੋਵੇ, ਅਤੇ ਉਹ ਟ੍ਰਾਇੰਗਲ ਲਾ ਨੂੰ ਓਬੇ ਕਰਦਾ ਹੋਵੇ। ਠੀਕ ਹੈ, ਇੱਕ ਟ੍ਰਾਇੰਗਲ ਲਾ ਹੁੰਦਾ ਫਿਜ਼ਿਕਸ ਦੇ ਵਿੱਚ, ਉਸ ਚੀਜ਼ ਨੂੰ ਕੰਡੀਸ਼ਨਾਂ ਨੂੰ ਫੋਲੋ ਕਰਦਾ ਹੋਵੇ, ਉਹਨੂੰ ਵੈਕਟਰ ਕੁਆਂਟਿਟੀ ਕਵਾਂਗੇ। ਜਿਵੇਂ ਡਿਸਪਲੇਸਮੈਂਟ ਹੈ, ਡਿਸਪਲੇਸਮੈਂਟ ਹਮੇਸ਼ਾ ਕੋਈ ਵੀ ਛੋਟੀ ਦੂਰੀ ਹੁੰਦੀ ਹੈ, ਉਹ ਕਿਸੇ ਦਿਸ਼ਾ ਦੇ ਵਿੱਚ ਹੁੰਦੀ ਹੈ, ਅਤੇ ਉਹ ਦਿਸ਼ਾ ਦੇ ਵਿੱਚ ਹੋਊਗੀ ਤਾਂ ਕੋਈ ਡਿਸਟੈਂਸ ਹੋਊਗਾ। ਅਤੇ ਮੰਨ ਲਓ DAV ਤੋਂ ਜਿਵੇਂ ਆਪਣਾ ਸ਼ਹਿਰ ਹੈ ਤਾਂ 5 ਕਿਲੋਮੀਟਰ ਹੈ, ਤਾਂ ਉਹ ਹੈਗਾ ਕਿਹੜੀ ਦਿਸ਼ਾ ਦੇ ਵਿੱਚ ਜਾਣਾ, ਆਪਾਂ ਇਸ ਦਿਸ਼ਾ ਦੇ ਵਿੱਚ ਜਾਣਾ, ਅਤੇ ਇਹਦੀ ਕੀ ਹੈ, ਇਹ 5 ਮੀਟਰ ਹੈ, ਇਹਦੀ ਦਿਸ਼ਾ ਵੀ ਹੈ, ਅਤੇ ਇਹ ਕੀ ਹੈ, ਵੈਕਟਰ ਕੁਆਂਟਿਟੀ ਹੈ। ਠੀਕ ਹੈ ਜੀ। ਜਿਵੇਂ ਜਿੱਥੇ ਵੈਲੋਸਿਟੀ ਆ ਗਿਆ ਉਹ ਵੈਕਟਰ ਕੁਆਂਟਿਟੀ ਹੈ। ਐਕਸਲਰੇਸ਼ਨ ਤੁਹਾਨੂੰ ਫੋਰਸ ਹੈ, ਇਹ ਕਿਸੇ ਦਿਸ਼ਾ ਦੇ ਵਿੱਚ ਲੱਗਦਾ, ਬਲ ਜਿਹੜਾ ਹੁੰਦਾ ਕਿਸੇ ਦਿਸ਼ਾ 'ਚ ਲੱਗਦਾ, ਇਹ ਵੈਕਟਰ ਕੁਆਂਟਿਟੀ ਹੈ। ਹੁਣ ਇੱਕ ਤਰ੍ਹਾਂ ਦਾ ਟਾਰਕ ਵੀ ਕੀ ਹੁੰਦਾ, ਇੱਕ ਫੋਰਸ ਹੁੰਦਾ, ਮੋਮੈਂਟਮ ਵੀ ਇੱਕ ਤਰ੍ਹਾਂ ਦਾ ਫੋਰਸ ਹੀ ਹੁੰਦਾ। ਅਤੇ ਇਹ ਸਾਰੀ ਚੀਜ਼ਾਂ ਆਪਾਂ ਵੇਖਾਂਗੇ ਅੱਗੇ, ਜਿਹੜੇ ਇਹਨਾਂ ਨੂੰ ਡਿਫਾਈਨ ਕਰੂੰਗਾ ਮੈਂ ਹੌਲੀ। ਠੀਕ ਹੈ ਜੀ, ਅਤੇ ਤੁਸੀਂ ਯਾਦ ਰੱਖਣਾ। ਉਸ ਤੋਂ ਬਾਅਦ ਆ ਜਾਓ, ਇੱਥੇ ਵੈਕਟਰ ਕੁਆਂਟਿਟੀ ਸੀ ਨਾ, ਇੱਥੇ ਸਕੇਲਰ ਸੀਗਾ, ਸਕੇਲਰ ਵੀ ਪੜ੍ਹ ਲਈਏ। ਸਕੇਲਰ ਕੁਆਂਟਿਟੀ ਕਿਹੜੀ ਹੁੰਦੀ ਹੈ, ਉਹ ਕੁਆਂਟਿਟੀ ਜਿਹਦੇ ਵਿੱਚ ਓਨਲੀ ਮੈਗਨੀਟਿਊਡ ਹੋਵੇ, ਡਾਇਰੈਕਸ਼ਨ ਹੋਵੇ ਹੀ ਨਾ। ਹੁਣ ਜਿਵੇਂ ਮੰਨ ਲਓ ਜਿਵੇਂ ਆਪਣੇ ਕੋਲ ਬਾਈਕ ਹੁੰਦੀ ਆ, ਬਾਈਕ ਦੇ ਉੱਪਰ ਸਪੀਡੋਮੀਟਰ ਹੁੰਦਾ, ਜਿਹਨੂੰ ਆਪਾਂ ਓਡੋਮੀਟਰ ਵੀ ਕਹਿੰਦੇ ਹਾਂ, ਸਪੀਡੋਮੀਟਰ ਹੁੰਦਾ ਜਿਹਨੂੰ ਓਡੋਮੀਟਰ ਕਹਿੰਦੇ ਆ। ਹੁਣ ਬਾਈਕ ਦਾ ਕੋਈ ਨਹੀਂ ਪਤਾ ਵੀ ਕਿੰਨੀ ਲੰਬੀ ਦੂਰੀ ਹੋਵੇ, ਉਹਦੇ 'ਤੇ ਦਿਸ਼ਾ ਨਹੀਂ ਹੁੰਦੀ, ਉਹਦੇ 'ਚ ਕੀ ਲੰਬੀ ਦੂਰੀ ਦੀ ਕਦੇ ਦਿਸ਼ਾ ਨਹੀਂ ਹੁੰਦੀ, ਉਹ ਸਿਰਫ ਆਪਾਂ ਟਾਈਮ 'ਤੇ ਦਿਸ਼ਾ ਚੇਂਜ ਆਪਾਂ ਯੂਜ਼ ਕਰਦੇ ਰਹਿੰਦੇ ਹਾਂ। ਠੀਕ ਹੈ, ਜਿਵੇਂ ਵੋਲਿਊਮ ਹੈ, ਉਹਨੂੰ ਇਹ ਨਹੀਂ ਪਤਾ ਕਿਹੜੀ ਦਿਸ਼ਾ ਦੇ ਵਿੱਚ ਆਇਤਨ
ਆਇਤਨ ਵੱਧ ਰਿਹਾ ਜਾਂ ਘਟ ਰਿਹਾ, ਸਾਨੂੰ ਇਹ ਨਹੀਂ ਪਤਾ ਲੱਗਦਾ। ਜਿਵੇਂ ਵਰਕ ਹੈ ਸਾਨੂੰ ਪਤਾ ਨਹੀਂ ਲੱਗਦਾ, ਇਹ ਮੈਂ ਤੁਹਾਨੂੰ ਅੱਗੇ ਦੱਸੂੰਗਾ ਵੀ ਇਹਦੇ 'ਚ ਕਿਉਂ ਨਹੀਂ ਪਤਾ ਲੱਗਦਾ। ਤੇ ਇਹ ਉਹਦੇ 'ਚ ਸਿਰਫ ਵੈਲਿਊ ਜ਼ਰੂਰ ਹੋਊਗੀ ਪਰ ਦਿਸ਼ਾ ਨਹੀਂ ਹੋਊਗੀ। ਤਾਂ ਉਸ ਤਰ੍ਹਾਂ ਦੀ ਕੁਆਂਟੀਟੀ ਨੂੰ ਆਪਾਂ ਸਕੇਲਰ ਕੁਆਂਟੀਟੀ ਕਹਿੰਦੇ ਹਾਂ। ਪੰਜਾਬੀ ਦੇ ਵਿੱਚ ਵੀ ਸੇਮ ਕਹਿੰਦੇ ਹਾਂ, ਹਿੰਦੀ ਹੋਵੇ ਤਾਂ ਵੀ ਸੇਮ ਕਹਿੰਦੇ ਹਾਂ। ਆਈ ਹੋਪ ਕਿ ਤੁਹਾਨੂੰ ਇਹ ਲੈਕਚਰ ਪਸੰਦ ਆਇਆ ਹੋਊਗਾ। ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਨਾ, ਕਿਉਂਕਿ ਅਗਲਾ ਲੈਕਚਰ ਜਿਹੜਾ ਮੈਂ ਕਾਇਨੈਮੈਟਿਕਸ ਦੇ ਵਿੱਚ ਲਵਾਂਗਾ। ਇਹ ਜਿਹੜਾ ਨੈਕਸਟ ਚੈਪਟਰ ਹੈ ਇਹ ਫਿਜ਼ਿਕਸ ਦਾ। ਤੁਸੀਂ ਕੋਈ ਵੀ ਆਪਣੀ ਜਿਹੜੀ ਲੂਸੈਂਟ ਦੀ ਬੁੱਕ ਹੈ ਜਾਂ ਅਰੀਹੰਤ ਦੀ ਬੁੱਕ ਹੈ ਉਹਨੂੰ ਤੁਸੀਂ ਦੇਖੋਗੇ ਤਾਂ ਪਹਿਲਾ ਚੈਪਟਰ ਤੁਸੀਂ ਮੈਂ ਜਿਹੜਾ ਸੀਗਾ ਉਹ ਮੈਂ ਸਮਝਾਤਾ ਹੈ। ਆਈ ਹੋਪ ਕਿ ਤੁਹਾਨੂੰ ਵਧੀਆ ਲੱਗਿਆ। ਤਾਂ ਆਪਣੇ ਫਰੈਂਡਸ ਦੇ ਨਾਲ ਜ਼ਰੂਰ ਸ਼ੇਅਰ ਕਰਿਆ ਜੇ। ਲਾਈਕ ਸ਼ੇਅਰ ਸਬਸਕ੍ਰਾਈਬ ਮੇਰੇ ਚੈਨਲ ਨੂੰ ਜ਼ਰੂਰ ਕਰ ਦਿਆ ਜੇ, ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋਵੇ। ਠੀਕ ਹੈ ਜੀ, ਇਸੇ ਤਰ੍ਹਾਂ ਹੀ ਆਪਾਂ ਬਣੇ ਰਹੋ। ਤੇ ਇਸ ਦੀ PDF ਤੁਹਾਨੂੰ WhatsApp ਗਰੁੱਪ ਦੇ ਵਿੱਚ ਵੀ ਮਿਲ ਜਾਏਗੀ, ਟੈਲੀਗ੍ਰਾਮ ਗਰੁੱਪ 'ਚ ਵੀ ਮਿਲ ਜਾਏਗੀ, ਅਤੇ ਤੁਸੀਂ ਸਾਨੂੰ ਦੱਸ ਸਕਦੇ ਹੋ। ਥੈਂਕ ਯੂ ਫॉर ਵਾਚਿੰਗ।